ਸਤਿ ਸ਼੍ਰੀ ਅਕਾਲ ਜੀ। ਸਵਾਗਤ ਕਰਦੇ ਹਾਂ ਸਾਰੇ ਦਰਸ਼ਕਾਂ ਦਾ ਡੀਡੀ ਪੰਜਾਬੀ ਦੇ ਇਸ ਮੰਚ ਤੇ ਇਸ ਸਟੂਡੀਓ ਦੇ ਵਿੱਚ। ਔਰ ਹਰ ਵਾਰ ਦੀ ਤਰ੍ਹਾਂ ਇੱਕ ਵਾਰ ਫਿਰ ਤੋਂ ਇੱਕ ਵੀਜ਼ਾ ਮਾਹਰ ਅੱਜ ਸਾਡੇ ਸਟੂਡੀਓ ਵਿੱਚ ਹਾਜ਼ਰ ਨੇ। ਅੱਜ ਅਗਲੇ 20-25 ਮਿੰਟ ਅਹਿਮ ਹੋਣਗੇ ਉਹਨਾਂ ਲੋਕਾਂ ਲਈ ਜਿਹੜੇ ਕੈਨੇਡਾ ਜਾਣਾ ਚਾਹੁੰਦੇ ਨੇ, ਓਪਨ ਵਰਕ ਪਰਮਿਟ ਤੇ ਅਪਲਾਈ ਕਰਨਾ ਚਾਹੁੰਦੇ ਨੇ, ਮੇਨ ਐਪਲੀਕੈਂਟਸ ਕੈਨੇਡਾ ਦੇ ਵਿੱਚ ਨੇ, ਆਪਣੇ ਸਪਾਊਸ ਨੂੰ ਬੁਲਾਉਣਾ ਚਾਹੁੰਦੇ ਨੇ, ਡਿਪੈਂਡੈਂਟ ਕੇਸਿਸ ਨੂੰ ਬੁਲਾਉਣਾ ਚਾਹੁੰਦੇ ਨੇ। ਖਾਸ ਤੌਰ ਤੇ ਅਸੀਂ ਅੱਜ ਸਟੂਡੀਓ ਵਿੱਚ ਸੱਦਾ ਦਿੱਤਾ ਹੋਇਆ ਹੈ ਇੱਕ ICCRC ਮੈਂਬਰ ਦਾ ਇਮੀਗ੍ਰੇਸ਼ਨ ਲਾਂਚ ਤੋਂ ਮਿਸਟਰ ਜਤਿਨ ਸਾਨੀ ਹੋਣਾ ਨੂੰ। ਸੋ ICCRC ਮੈਂਬਰ ਨੇ, ਬਹੁਤ ਲੋੜ ਸੀ ICCRC ਮੈਂਬਰ ਨੂੰ ਇਸ ਸਟੂਡੀਓ ਵਿੱਚ ਲਿਆਉਣ ਦੀ, ਕਿਉਂਕਿ ਕੋਵਿਡ ਤੋਂ ਬਾਅਦ ਯਾਨੀ ਮਾਰਚ 2020 ਤੋਂ ਬਾਅਦ ਬਹੁਤ ਸਾਰੇ ਵੀਜ਼ਾਸ ਜਿਹੜੇ ਨੇ ਉਹ ਹੋਲਡ ਹੋ ਗਏ। ਰਿਜ਼ਲਟ 5-5 6-6 7-7 ਮਹੀਨੇ ਹੋ ਗਏ, ਰਿਜ਼ਲਟ ਨਹੀਂ ਆ ਰਹੇ। ਰਿਫਿਊਜ਼ਲਸ ਬਹੁਤ ਵੱਧ ਗਈਆਂ। ਜਿਹੜੇ ਡਿਪੈਂਡੈਂਟ ਕੇਸਿਸ ਸੀ ਜਾਂ ਜਿਹੜੇ ਓਪਨ ਵਰਕ ਪਰਮਿਟ ਵਾਲੇ ਕੇਸਿਸ ਸੀ ਉਹ ਬਹੁਤ ਵੱਡੇ ਪੱਧਰ ਤੇ ਰਿਫਿਊਜ਼ ਹੋ ਗਏ। ਸੋ ਇੱਕ ICCRC ਮੈਂਬਰ ਦੀ ਨਜ਼ਰ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਉਂ ਇਦਾਂ ਹੋਇਆ, ਇਮੀਗ੍ਰੇਸ਼ਨ ਕੀ ਸੋਚਦਾ ਹੈ, ਆਉਣ ਵਾਲੇ ਫਿਊਚਰ ਦੇ ਵਿੱਚ ਕਿੰਨਾ ਕੁ ਰਿਲੈਕਸ ਹੋ ਸਕਦਾ ਕੈਨੇਡਾ, ਕੌਣ ਕੈਨੇਡਾ ਲਈ ਵੀਜ਼ਾ ਅਪਲਾਈ ਕਰ ਸਕਦਾ। ਇੱਕ ICCRC ਮੈਂਬਰ ਨੂੰ ਬੁਲਾਉਣਾ ਬਹੁਤ ਜ਼ਰੂਰੀ ਹੋ ਗਿਆ ਸੀ ਇਸ ਸ਼ੋਅ ਦੇ ਵਿੱਚ। ਸੋ ਸਵਾਗਤ ਕਰ ਲੈਂਦੇ ਹਾਂ ਜਤਿਨ ਸਾਨੀ ਹੋਣਾ ਦਾ। ਉਸ ਤੋਂ ਬਾਅਦ ਤੁਹਾਡੇ ਸਵਾਲ ਉਹਨਾਂ ਨੂੰ ਪੁੱਛਾਂਗੇ, ਕੋਸ਼ਿਸ਼ ਕਰਾਂਗੇ ਸਾਰੇ ਸਵਾਲ ਜਿਹੜੇ ਕੋਵਿਡ ਦੇ ਵਿੱਚ ਤੁਹਾਡੇ ਮਨਾਂ ਦੇ ਵਿੱਚ ਚੱਲ ਰਹੇ ਸੀ ਉਹਨਾਂ ਨੂੰ ਅੱਜ ਅਗਲੇ 20-25 ਮਿੰਟਾਂ ਦੇ ਵਿੱਚ ਪੂਰਾ ਕਰ ਲਈਏ। ਖਾਸ ਉਹਨਾਂ ਬਾਰੇ ਗੱਲਬਾਤ ਕਰਾਂਗੇ ਜਿਹੜੇ ਓਪਨ ਵਰਕ ਪਰਮਿਟ ਤੇ ਅਪਲਾਈ ਕਰਨਾ ਚਾਹੁੰਦੇ ਨੇ। ਓਪਨ ਵਰਕ ਪਰਮਿਟ ਕੀ ਹੁੰਦਾ ਹੈ ਉਹਦੇ ਬਾਰੇ ਵੀ ਚਰਚਾ ਕਰਾਂਗੇ। ਸੋ ਜਤਿਨ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਮਰੀਸ਼ ਜੀ, ਬਹੁਤ ਬਹੁਤ ਧੰਨਵਾਦ ਮੈਨੂੰ ਸੱਦਾ ਦੇਣ ਦਾ ਤੇ ਮੌਕਾ ਦੇਣ ਦਾ ਕਿ ਅਸੀਂ ਗੱਲ ਕਰੀਏ ਓਪਨ ਵਰਕ ਪਰਮਿਟ ਬਾਰੇ। ਜੀ ਸੋ ਜਤਿਨ ਜੀ, ਅਸੀਂ ਕੋਸ਼ਿਸ਼ ਕਰ ਰਹੇ ਸੀ ਕਿ ICCRC ਮੈਂਬਰ ਨੂੰ ਅਸੀਂ ਇੱਕ ਸਟੂਡੀਓ ਵਿੱਚ ਬੁਲਾਈਏ, ਕਿਉਂਕਿ ਸਾਡਾ ਵਾਸਤਾ ਕਰੀਬ 10-12 ਸਾਲਾਂ ਤੋਂ ਇਮੀਗ੍ਰੇਸ਼ਨ ਕੰਸਲਟੈਂਟਸ ਦੇ ਨਾਲ ਹੀ ਪੈ ਰਿਹਾ। ਹੁਣ ਸਾਨੂੰ ਸਮਝ ਹੈ ਕਿ ICCRC ਮੈਂਬਰ ਕੌਣ ਹੁੰਦਾ ਹੈ, ਕਿੰਨੀ ਕੁ ਸੱਚੀ ਸੁੱਚੀ ਜਾਣਕਾਰੀ ਉਹ ਦੇ ਸਕਦਾ ਹੈ, ਜਿਹੜੇ ਵੱਲ ਫਰੇਬ ਆ ਉਹ ਕਿੰਨੇ ਕੁ ਪਾ ਸਕਦਾ ਹੈ, ਕਿਉਂਕਿ ਇੱਕ ਗਵਰਨਮੈਂਟ ਦਾ ਚੈੱਕ ਹੁੰਦਾ ICCRC ਦੇ ਉੱਤੇ। ਉਹ ਚਾਹ ਕੇ ਵੀ ਝੂਠ ਨਹੀਂ ਬੋਲ ਸਕਦਾ। ਉਹਦੀ ਹਰ ਇੱਕ ਹਰਕਤ ਦੇ ਉੱਤੇ, ਹਰ ਇੱਕ ਕਾਉਂਸਲਿੰਗ ਦੇ ਉੱਤੇ ਇੱਕ ਗਵਰਨਮੈਂਟ ਦੀ ਨਜ਼ਰ ਹੁੰਦੀ ਹੈ। ਸੋ ਤੁਸੀਂ ਆਪਣੇ ਜ਼ੁਬਾਨੀ ਦੱਸੋ ਕਿ ICCRC ਮੈਂਬਰ ਕੌਣ ਹੁੰਦੇ ਨੇ? ਇੱਕ ਆਮ ਬੰਦੇ ਨੂੰ ICCRC ਮੈਂਬਰ ਤੇ ਭਰੋਸਾ ਕਰਨਾ ਚਾਹੀਦਾ ਹੈ ਜਾਂ ਇੱਕ ਆਮ ਇਮੀਗ੍ਰੇਸ਼ਨ ਕੰਸਲਟੈਂਟ ਤੇ ਭਰੋਸਾ ਕਰਨਾ ਚਾਹੀਦਾ ਹੈ? ਮਨੀਸ਼ ਜੀ, ਬਹੁਤ ਅੱਛਾ ਸਵਾਲ ਹੈ ਤੁਹਾਡਾ। ਇਹ ਕੁਐਸਚਨ ਚੱਕਣ ਲਈ ਪਹਿਲਾਂ ਤਾਂ ਥੈਂਕ ਯੂ, ਬਿਕੋਜ਼ ਬਹੁਤੇ ਲੋਕਾਂ ਨੂੰ ਡਿਫਰੈਂਸ ਹੀ ਨਹੀਂ ਪਤਾ ਕਿ ICCRC ਮੈਂਬਰ ਹੁੰਦੇ ਕੌਣ ਨੇ। ਤੇ ਮੈਂ ਇਸ ਬਾਰੇ ਦੱਸਣਾ ਚਾਹਾਂਗਾ, ICCRC ਜਿਹੜੀ ਬਾਡੀ ਹੈ ਇਹ ਕੈਨੇਡੀਅਨ ਗਵਰਨਮੈਂਟ ਨੇ ਬੇਸਿਕਲੀ ਬਣਾਈ ਹੋਈ ਹੈ ਤੇ ਇਹਦੇ ਅੰਦਰ ਜਿਹੜੇ ਵੀ ਮੈਂਬਰ ਨੇ ਉਹਨਾਂ ਨੂੰ ਇੱਕ ਖਾਸ ਕੁਆਲੀਫਿਕੇਸ਼ਨ ਪਹਿਲਾਂ ਲੈਣੀ ਪੈਂਦੀ ਹੈ, ਜਿਹੜੇ ਕਿ ਡੈਜ਼ਿਗਨੇਟਿਡ ਕਾਲਜਿਸ ਹੈਗੇ ਕੈਨੇਡਾ ਦੇ ਅੰਦਰ ਜਾਂ ਯੂਨੀਵਰਸਿਟੀਜ਼ ਹੈਗੀਆਂ। ਉਸ ਤੋਂ ਬਾਅਦ ਉਹਨਾਂ ਨੂੰ ਐਗਜ਼ਾਮ ਪਾਸ ਕਰਨਾ ਪੈਂਦਾ ਹੈ, ਜਿਹੜਾ ਗਵਰਨਮੈਂਟ ਦਾ ਐਗਜ਼ਾਮ ਹੁੰਦਾ ਹੈ। ਜਦੋਂ ਇਹ ਸਾਰੀਆਂ ਫਾਰਮੈਲਿਟੀਜ਼ ਪੂਰੀਆਂ ਕਰਦੇ ਆ ਉਸ ਤੋਂ ਬਾਅਦ ਹੀ ਉਹ ਲਾਇਸੈਂਸ ਹੁੰਦੇ ਆ। ਤੇ ਫਰਕ ਇੱਕ ਆਮ ਕੰਸਲਟੈਂਟ ਤੇ ਇੱਕ ICCRC ਮੈਂਬਰ ਦੇ ਵਿੱਚ ਇਹ ਹੈ ਕਿ ICCRC ਮੈਂਬਰ ਆਥੋਰਾਈਜ਼ ਹੁੰਦਾ ਹੈ ਗਵਰਨਮੈਂਟ ਆਫ ਕੈਨੇਡਾ ਵੱਲੋਂ, ਇਮੀਗ੍ਰੇਸ਼ਨ ਡਿਪਾਰਟਮੈਂਟ ਆਫ ਕੈਨੇਡਾ ਵੱਲੋਂ, ਤੇ ਕੋਈ ਵੀ ਐਪਲੀਕੇਸ਼ਨ ਉਹ ਇੱਕ ਆਥੋਰਾਈਜ਼ ਤਰੀਕੇ ਨਾਲ ਰਿਪਰੈਜ਼ੈਂਟ ਕਰ ਸਕਦਾ ਹੈ। ਤੇ ਕਲਾਇੰਟ ਨੂੰ ਇਹਦੇ ਵਿੱਚ ਸਭ ਤੋਂ ਵੱਡਾ ਬੈਨੀਫਿਟ ਤੇ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਉਹਨੂੰ ਇੱਕ ਸ਼ੋਰਿਟੀ ਹੁੰਦੀ ਹੈ, ਮਾਈਂਡ 'ਚ ਤਸੱਲੀ ਹੁੰਦੀ ਹੈ ਕਿ ਸਾਡਾ ਜਿਹੜਾ ਰਿਪਰੈਜ਼ੈਂਟੇਟਿਵ ਹੈ ਉਹ ਸਾਡੀ ਫਾਈਲ ਨੂੰ ਇੱਕ ਲਾਅ ਦੇ ਤਰੀਕੇ ਨਾਲ, ਇੱਕ ਲਾਅ ਦੀ ਜਿਹੜੀ ਗਾਈਡਲਾਈਨਸ ਹੈ, ਜਿਹੜਾ ਫਰੇਮਵਰਕ ਹੈ ਉਹਦੇ ਅੰਦਰ ਹੀ ਸਾਡੀ ਫਾਈਲ ਨੂੰ ਰਿਪਰੈਜ਼ੈਂਟ ਕੀਤਾ ਜਾਏਗਾ। ਨਹੀਂ, ਪਰ ਜਿਵੇਂ ਹੁਣ ਅਸੀਂ ਗੱਲ ਕਰਦੇ ਹਾਂ ਕਿ ਬਹੁਤ ਸਾਰੇ ਕੰਸਲਟੈਂਟ ਪੰਜਾਬ ਦੇ ਵਿੱਚ ਇਹੋ ਜਿਹੇ ਵੀ ਮਿਲਦੇ ਆ। ਅਸੀਂ ਰੋਜ਼ ਖਬਰਾਂ ਸੁਣਦੇ ਹਾਂ ਕਿ ਫਲਾਣੇ ਨੇ 2 ਲੱਖ ਦੀ ਠੱਗੀ ਮਾਰ ਲਈ, ਕਿਸੇ ਨੇ 15 ਲੱਖ ਦੀ ਮਾਰ ਲਈ, ਕਿਸੇ ਨੇ ਕੁਝ ਕਰਤਾ, ਕਿਸੇ ਨੇ ਕੁਝ ਕਰਤਾ। ਕੀ ICCRC ਮੈਂਬਰ ਇਹੋ ਜਿਹੇ ਕੰਮ ਨਹੀਂ ਕਰ ਸਕਦੇ? ਨਹੀਂ ਸਰ, ਇਹਦਾ ਤਾਂ ਬਿਲਕੁਲ ਨਹੀਂ ਹੈਗਾ। ICCRC ਮੈਂਬਰ ਇੱਕ ਸਪੈਸ਼ਲ ਕੋਡ ਆਫ ਐਥਿਕਸ ਦੇ ਅੰਦਰ, ਕੋਡ ਆਫ ਕੰਡਕਟ ਦੇ ਅੰਦਰ ਕੰਮ ਕਰਦੇ ਆ, ਜਿਹਦੇ ਅੰਦਰ ਕਿ ਉਹਨਾਂ ਦੇ ਅਕਾਊਂਟਸ ਦਾ ਆਡਿਟ ਹੁੰਦਾ ਹੈ ਬਾਈ ਗਵਰਨਮੈਂਟ ਆਫ ਕੈਨੇਡਾ। ਤੇ ਜਿਹੜੀ ਰਿਪਰੈਜ਼ੈਂਟੇਟਿਵ ਜਿਹੜੀ ਬਾਡੀ ਹੈ ICCRC, ਉਹ ਆਡਿਟ ਕੰਡਕਟ ਕਰਦੇ ਆ। ਉਹਨਾਂ ਨੂੰ ਆਪਣਾ ਸਾਰਾ ਲੇਖਾ ਜੋਖਾ ਸਬਮਿਟ ਕਰਨਾ ਪੈਂਦਾ ਹੈ ਕਿ ਉਹਨਾਂ ਨੇ ਕਿਸ ਐਪਲੀਕੈਂਟ ਤੋਂ ਕਿੰਨੀ ਫੀਸ ਲਿੱਤੀ ਹੈ। ਤੇ ਇਸ ਕਰਕੇ ਹਰ ਕਿਸੇ ਨੂੰ ਇੱਕ ਮਾਈਂਡ 'ਚ ਡਰ ਹੁੰਦਾ ਹੈ, ਇੱਕ ਫੀਅਰ ਹੁੰਦਾ ਹੈ ਕਿ ਬਿਕੋਜ਼ ਵੀ ਆਰ ਅੰਡਰ ਅ ਵਿਜਲ ਬਾਈ ਅ ਗਵਰਨਮੈਂਟ ਬਾਡੀ, ਸੋ ਉਹ ਰਿਫਰੇਨ ਕਰਦੇ ਆ, ਉਹ ਡਰਦੇ ਆ ਕਿ ਅਸੀਂ ਕੁਝ ਗਲਤ ਕੰਮ ਨਾ ਕਰੀਏ, ਅਦਰਵਾਈਜ਼ ਸਾਡਾ ਲਾਇਸੈਂਸ ਕੈਂਸਲ ਹੋ ਸਕਦਾ ਹੈ, ਸਾਨੂੰ ਕਾਨੂੰਨ ਵੱਲੋਂ ਸਜ਼ਾ ਵੀ ਮਿਲ ਸਕਦੀ ਹੈ। ਯਾਨੀ ਤੁਸੀਂ ਉਸ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਹੀ ਕਿਸੇ ਨੂੰ ਕਾਉਂਸਲਿੰਗ ਦੇ ਸਕਦੇ ਹੋ, ਕਾਨੂੰਨ ਦੇ ਦਾਇਰੇ 'ਚ ਰਹਿ ਕੇ ਹੀ ਤੁਸੀਂ ਉਹਨਾਂ ਕੋਲ ਪੈਸੇ ਲੈ ਸਕਦੇ। ਬਿਲਕੁਲ ਜੀ। ਸੋ ਜਿਵੇਂ ਅਸੀਂ ਹਰ ਸ਼ੋਅ ਦੇ ਵਿੱਚ ਗੱਲ ਕਰਦੇ ਹਾਂ ਕਿ ਜਦੋਂ ਕਿਸੇ ਕੰਸਲਟੈਂਟ ਕੋਲ ਅਪਲਾਈ ਕਰਦੇ ਹੋ ਉਹਦਾ ਬੈਕਗ੍ਰਾਉਂਡ ਜ਼ਰੂਰ ਦੇਖ ਲਓ। ਸੋ ਜਦੋਂ ਇੱਕ ICCRC ਮੈਂਬਰ ਨੇ ਉਹ ਕਹਿ ਰਹੇ ਕਿ ਅਸੀਂ ਕਾਨੂੰਨ ਦੇ ਜੋ ਸਾਨੂੰ ਦਿਸ਼ਾ ਨਿਰਦੇਸ਼ ਆ ਅਸੀਂ ਉਹਦੇ ਅਨੁਸਾਰ ਹੀ ਕੰਮ ਕਰ ਸਕਦੇ ਹਾਂ, ਜੇਕਰ ਉਸ ਤੋਂ ਬਾਹਰ ਹੋ ਕੇ ਕੰਮ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਸਾਡਾ ICCRC ਲਾਇਸੈਂਸ ਜੋ ਕਿ ਕੈਨੇਡੀਅਨ ਗਵਰਨਮੈਂਟ ਵੱਲੋਂ ਦਿੱਤਾ ਗਿਆ ਹੈ ਉਹ ਕੈਂਸਲ ਕੀਤਾ ਜਾ ਸਕਦਾ ਹੈ। ਸੋ ਹਰ ਵਾਰ ਕਹਿੰਦੇ ਆ ਕਿ ICCRC ਮੈਂਬਰ ਕੋਲੋਂ ਸਲਾਹ ਜ਼ਰੂਰ ਲੈ ਲਓ ਆਪਣੇ ਕੇਸਿਸ ਦੀ। ਸੋ ਅੱਜ ਬਹੁਤ ਲੰਮੇ ਸਮੇਂ ਤੋਂ ਇਹਨਾਂ ਦੇ ਪਿੱਛੇ ਪਏ ਹੋਏ ਸੀ ਕਿ ਸਟੂਡੀਓ ਵਿੱਚ ਜਾ ਕੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਕਿ ਕੈਨੇਡਾ ਹੁਣ ਅੱਗੇ ਰੁਖ ਕਿਸ ਤਰ੍ਹਾਂ ਦਾ ਕਰੂਗਾ। ਸੋ ਅੱਜ ਸਮਾਂ ਮਿਲਿਆ ਹੈ, ਕੋਈ 20-25 ਮਿੰਟ ਗੱਲਾਂ ਕਰਾਂਗੇ, ਸਵਾਲ ਜਵਾਬ ਬਹੁਤ ਨੇ। ਤੁਹਾਡੇ ਕੋਈ ਸਵਾਲ ਆ ਤੇ ਤੁਸੀਂ ਹੁਣੇ TV ਤੇ ਜਿਹੜਾ ਨੰਬਰ ਚੱਲ ਰਿਹਾ ਉਸ ਨੰਬਰ ਤੇ ਕਾਲ ਕਰਕੇ ਆਪਣੇ ਸਵਾਲ ਹੁਣੇ ਪੁੱਛ ਸਕਦੇ ਹੋ। ਨੰਬਰ ਬੋਲ ਕੇ ਵੀ ਦੱਸ ਦਿੰਦੇ ਆ ਜੀ, 98727 13988 98725
139888 इस नंबर ਤੇ ਕਾਲ ਕਰਕੇ ਹੁਣੇ ਸਵਾਲ ਪੁੱਛ ਸਕਦੇ ਹੋ। ਸੋ ਅੱਜ ਗੱਲ ਕਰਾਂਗੇ ਓਪਨ ਵਰਕ ਪਰਮਿਟ ਬਾਰੇ। ਓਪਨ ਵਰਕ ਪਰਮਿਟ ਦੀ ਬਹੁਤ ਸਾਰੀ ਐਪਲੀਕੇਸ਼ਨਸ ਪਿੱਛੇ ਜੇ ਰਿਫਿਊਜ਼ ਹੋਈਆਂ। ਸਭ ਤੋਂ ਪਹਿਲਾਂ ਪੁੱਛਾਂਗੇ ਓਪਨ ਵਰਕ ਪਰਮਿਟ ਹੁੰਦਾ ਕੀ ਹੈ, ਕੀ ਜਿਹੜਾ ਵਰਕ ਪਰਮਿਟ ਦੀ ਆਪਾਂ ਐਡਾਂ ਦੇਖਦੇ ਹਾਂ ਅਖਬਾਰ 'ਚ, ਉਹ ਵਰਕ ਪਰਮਿਟ ਤੇ ਓਪਨ ਵਰਕ ਪਰਮਿਟ ਕੀ ਇੱਕੋ ਚੀਜ਼ ਹੈ ਜਾਂ ਫਰਕ ਹੈ ਦੋਵਾਂ ਦੇ ਵਿੱਚ? नहीं मनीष जी, एज पर इमीग्रेशन लॉ ऑफ कैनेडा ओपन वर्क परमिट इज इंटायरली डिफरेंट फ्रॉम अ वर्क परमिट। ਜਿਹੜਾ ਵਰਕ ਪਰਮਿਟ ਹੈ ਉਹ ਪਾਰਟ ਹੈਗਾ ਜੀ ਟੈਂਪਰੇਰੀ ਫੋਰਨ ਵਰਕਰ ਦਾ ਪ੍ਰੋਗਰਾਮ ਦਾ, ਤੇ ਜਿਹੜਾ ਓਪਨ ਵਰਕ ਪਰਮਿਟ ਹੈ ਇਟ ਇਜ਼ ਪਾਰਟ ਆਫ ਇੰਟਰਨੈਸ਼ਨਲ ਮੋਬਿਲਿਟੀ ਪ੍ਰੋਗਰਾਮ। ਸਿੰਪਲ ਲਫ਼ਜ਼ਾਂ ਦੇ ਵਿੱਚ ਜਿਹੜਾ ਓਪਨ ਵਰਕ ਪਰਮਿਟ ਹੈ ਉਹਦੇ ਵਾਸਤੇ ਕਿਸੇ ਵੀ ਜੌਬ ਆਫਰ ਦੀ, ਕਿਸੇ ਵੀ LMIA ਦੀ ਰਿਕੁਆਇਰਮੈਂਟ ਨਹੀਂ ਹੈ, ਜਦਕਿ ਜਿਹੜਾ ਵਰਕ ਪਰਮਿਟ ਦੀ ਆਪਾਂ ਗੱਲ ਕਰ ਰਹੇ ਹਾਂ ਉਹਦੇ ਵਾਸਤੇ ਤੁਹਾਨੂੰ ਇੱਕ EMPLOYER ਚਾਹੀਦਾ ਕੈਨੇਡਾ 'ਚ ਜੋ ਕਿ ਤੁਹਾਨੂੰ ਜੌਬ ਆਫਰ, ਜੋ ਕਿ LMIA ਅਪਰੂਵਡ ਜੌਬ ਆਫਰ ਜਿਹਨੂੰ ਆਪਾਂ ਕਹਿੰਦੇ ਆ, ਉਹ ਲੈਣੀ ਬਹੁਤ ਜ਼ਰੂਰੀ ਹੁੰਦੀ ਹੈ। ਸੋ ਬੇਸਿਕ ਡਿਫਰੈਂਸ ਇਹੀ ਹੈ ਕਿ ਓਪਨ ਵਰਕ ਪਰਮਿਟ ਵਾਸਤੇ ਕੋਈ LMIA ਦੀ, ਕੋਈ EMPLOYER ਦੀ ਜ਼ਰੂਰਤ ਨਹੀਂ ਹੈਗੀ ਹੈ, ਤੇ ਜਿਹੜਾ ਦੂਸਰਾ ਵਰਕ ਪਰਮਿਟ ਤੁਸੀਂ ਕਹਿ ਰਹੇ ਹੋ ਉਹਦੇ ਵਾਸਤੇ ਸਾਨੂੰ EMPLOYER ਦੀ ਜ਼ਰੂਰਤ ਪੈਂਦੀ ਹੈ ਜੀ। ਸੋ ਵਰਕ ਪਰਮਿਟ ਚਲੋ ਕੋਈ ਵੀ ਅਪਲਾਈ ਕਰ ਸਕਦਾ ਹੈ, ਓਪਨ ਵਰਕ ਪਰਮਿਟ ਕੌਣ ਅਪਲਾਈ ਕਰ ਸਕਦਾ ਹੈ? ਸਰ ਓਪਨ ਵਰਕ ਪਰਮਿਟ ਅਪਲਾਈ ਕਰਨ ਵਾਸਤੇ ਸਪੈਸ਼ਲ ਐਲੀਜੀਬਿਲਿਟੀ ਨੋਰਮਸ ਨੇ ਜਿਹੜਾ ਕਿ ਇੰਟਰਨੈਸ਼ਨਲ ਮੋਬਿਲਿਟੀ ਪ੍ਰੋਗਰਾਮ ਦੇ ਅੰਦਰ ਸਪੈਸੀਫਿਕ ਨੇ। ਸਿਰਫ ਉਹੀ ਐਪਲੀਕੈਂਟਸ ਇੰਡੀਆ ਤੋਂ ਓਪਨ ਵਰਕ ਪਰਮਿਟ ਅਪਲਾਈ ਕਰ ਸਕਦੇ ਨੇ ਜਿਨ੍ਹਾਂ ਦੇ ਸਪਾਊਸਿਸ ਕੈਨੇਡਾ ਦੇ ਅੰਦਰ ਜਾਂ ਤਾਂ ਸਟੱਡੀ ਵੀਜ਼ਾ ਤੇ, ਸਟੱਡੀ ਪਰਮਿਟ ਤੇ ਹੈਗੇ ਹੈ, ਤੇ ਜਾਂ ਉੱਥੇ ਵਰਕ ਪਰਮਿਟ ਤੇ ਆਲਰੇਡੀ ਕੰਮ ਕਰ ਰਹੇ ਹੈ। ਸਿਰਫ ਉਹਨਾਂ ਦੇ ਸਪਾਊਸਿਸ ਨੂੰ ਹੀ ਇਹ ਰਾਈਟ ਹੈ ਕਿ ਓਪਨ ਵਰਕ ਪਰਮਿਟ ਵਾਸਤੇ ਅਪਲਾਈ ਕਰ ਸਕਦੇ ਨੇ। ਯਾਨੀ ਜੇ ਆਪਾਂ ਸਿੱਧੇ ਸ਼ਬਦਾਂ 'ਚ ਕਹੀਏ ਕਿ ਕਈ ਵਾਰ ਵੇਖਦੇ ਆ ਜਦੋਂ ਹਸਬੈਂਡ ਵਾਈਫ ਹੈ, ਚਲੋ ਵਿਆਹ ਹੋ ਗਿਆ, ਵਿਆਹ ਦੇ ਵਿੱਚੋਂ ਇੱਕ ਐਪਲੀਕੈਂਟ ਜਿਹੜਾ ਹੈ ਉਹ ਕੈਨੇਡਾ ਚਲਾ ਗਿਆ ਤੇ ਦੂਜੇ ਨੇ ਜਦੋਂ ਜਾਣਾ ਹੋਵੇ, ਜਾਂ ਇਹ ਕਹਿ ਸਕਦੇ ਆ ਕਿ ਆਲਰੇਡੀ ਅਸੀਂ ਦੇਖਦੇ ਆ ਫਲਾਣੇ ਬੰਦੇ ਆ ਵਿਆਹ ਜੀ, ਕੁੜੀ ਕਿੱਥੇ ਹੈ? ਕੁੜੀ ਕੈਨੇਡਾ ਰਹਿੰਦੀ ਹੈ। ਸੋ ਜਦੋਂ ਵਿਆਹ ਹੋ ਜਾਂਦਾ ਹੈ, ਕੈਨੇਡਾ ਕੁੜੀ ਰਹਿੰਦੀ ਹੈ ਜਾਂ ਮੁੰਡਾ ਰਹਿੰਦਾ, ਉਹਨੇ ਆਪਣੇ ਜੀਵਨ ਸਾਥੀ ਨੂੰ ਇੱਥੋਂ ਪੰਜਾਬ ਤੋਂ ਬੁਲਾਉਣਾ ਹੈ, ਕੀ ਉਹ ਓਪਨ ਵਰਕ ਪਰਮਿਟ ਤੇ ਜਾਊਗਾ? ਡੈਫੀਨਿਟਲੀ ਜਿਹੜਾ ਉੱਥੇ ਸਟੂਡੈਂਟ ਹੈ ਜਿਹੜਾ ਕੈਨੇਡਾ ਦੇ ਅੰਦਰ ਆਲਰੇਡੀ ਇੱਕ ਗਵਰਨਮੈਂਟ ਕਾਲਜ ਜਾਂ ਕਿਸੇ ਦੂਸਰੇ ਇੰਸਟੀਟਿਊਸ਼ਨ ਜੇ ਪ੍ਰਾਈਵੇਟ ਇੰਸਟੀਟਿਊਸ਼ਨ ਦੀ ਕੈਟਾਗਰੀ ਹੈ ਉਹਦੇ ਅੰਦਰ ਪੜ੍ਹ ਰਹੇ ਨੇ, ਉਹ ਆਪਣੇ ਸਪਾਊਸ ਨੂੰ ਇੰਡੀਆ ਤੋਂ ਓਪਨ ਵਰਕ ਤੇ ਬੁਲਾ ਸਕਦੇ ਆ। ਤੇ ਜਾਂ ਕਿ ਉੱਥੇ ਜਿਹੜਾ ਕਿ ਵਰਕਰ ਹੈ ਜਾਂ ਉਹ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੇ ਕੰਮ ਕਰ ਰਿਹਾ ਹੈ ਜਾਂ ਕਿਸੇ EMPLOYER ਕੋਲ LMIA ਬੇਸਡ ਵਰਕ ਪਰਮਿਟ ਤੇ ਕੰਮ ਕਰ ਰਿਹਾ ਹੈ, ਤੇ ਉਹਨਾਂ ਦਾ ਜੀਵਨ ਸਾਥੀ ਇੰਡੀਆ 'ਚ ਹੈ, ਪੰਜਾਬ 'ਚ ਹੈ, ਤੇ ਉਹ ਉਹਨੂੰ ਓਪਨ ਵਰਕ ਪਰਮਿਟ ਤੇ ਇਨਵਾਈਟ ਕਰ ਸਕਦੇ ਨੇ। ਯਾਨੀ ਖੁੱਲੇ ਸ਼ਬਦਾਂ 'ਚ ਇਹ ਕਹਿ ਸਕਦੇ ਆ ਕਿ ਜੇ ਹਸਬੈਂਡ ਵਾਈਫ, ਪਤੀ ਪਤਨੀ ਦੋਵਾਂ ਵਿੱਚੋਂ ਇੱਕ ਜਣਾ ਵੀ ਬਾਹਰ ਕੈਨੇਡਾ 'ਚ ਹੈਗਾ ਹੈ, ਉਹ ਆਪਣੇ ਦੂਸਰੇ ਸਾਥੀ ਨੂੰ ਇੱਥੋਂ ਬੁਲਾਉਣਾ ਚਾਹੁੰਦਾ ਕੈਨੇਡਾ ਦੇ ਵਿੱਚ, ਤੇ ਉਹ ਉਹਨਾਂ ਨੂੰ ਬੁਲਾ ਸਕਦੇ ਨੇ, ਓਪਨ ਵਰਕ ਪਰਮਿਟ ਤੇ ਬੁਲਾ ਸਕਦੇ ਨੇ, ਔਰ ਦਾ ਇਮੀਗ੍ਰੇਸ਼ਨ ਲਾਂਚ ਦੀ ਸਰਵਿਸਿਜ਼ ਲੈ ਸਕਦੇ ਨੇ। ICCRC ਮੈਂਬਰ ਨੇ, ਇੱਕ ਕੈਨੇਡਾ ਸਰਕਾਰ ਤੋਂ ਅਪਰੂਵਡ ਮਨਜ਼ੂਰਸ਼ੁਦਾ ਲਾਇਸੈਂਸ ਕੰਸਲਟੈਂਟ ਨੇ। ਇਸ ਤੋਂ ਇਲਾਵਾ ਸਸਕੈਚੂਅਨ ਗਵਰਨਮੈਂਟ ਤੋਂ ਵੀ ਇਹਨਾਂ ਨੂੰ ਲਾਇਸੈਂਸ ਹਾਸਲ ਹੈ। ਸੋ ਇੱਕ ਚਾਰ ਦੀਵਾਰੀ ਦੇ ਵਿੱਚ ਰਹਿ ਕੇ, ਇੱਕ ਲਿਮਿਟੇਸ਼ਨਸ ਦੇ ਵਿੱਚ ਰਹਿ ਕੇ, ਇੱਕ ਕਾਨੂੰਨ ਦੇ ਅਨੁਸਾਰ ਤੁਹਾਨੂੰ ਜਾਣਕਾਰੀ ਦਿੰਦੇ ਨੇ। ਸੋ ਕਾਨੂੰਨੀ ਤਰੀਕੇ ਦੇ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ, ਕਾਨੂੰਨੀ ਤਰੀਕੇ ਦੇ ਨਾਲ ਬਾਹਰ ਜਾਣਾ ਚਾਹੁੰਦੇ ਹੋ, ਲੱਖਾਂ ਰੁਪਏ ਨਹੀਂ ਖਰਚ ਕਰਨਾ ਚਾਹੁੰਦੇ, ਇੱਕ ਪ੍ਰੋਪਰ ਗਾਈਡੈਂਸ ਲੈ ਕੇ ਤੁਸੀਂ ਬਾਹਰ ਜਾਣਾ ਚਾਹੁੰਦੇ ਹੋ, ਤਾਂ ਤੁਸੀਂ ਦਾ ਇਮੀਗ੍ਰੇਸ਼ਨ ਲਾਂਚ ਨੂੰ ਸੰਪਰਕ ਕਰ ਸਕਦੇ ਹੋ 98725 13988 ਨੰਬਰ ਤੇ ਕਾਲ ਕਰਕੇ, 9872513988 ਨੰਬਰ ਤੇ ਕਾਲ ਕਰਕੇ। ਸੋ ਓਪਨ ਵਰਕ ਪਰਮਿਟ ਬਾਰੇ ਥੋੜੀ ਚਰਚਾ ਕਰਦੇ ਆ। ਤੁਸੀਂ ਕਹਿ ਰਹੇ ਹੋ ਕਿ ਅਸੀਂ ICCRC ਮੈਂਬਰ ਹਾਂ, ਇੱਕ ਰੈਗੂਲੇਟਰ ਬੋਡੀ ਹੈ, ਔਰ ਅਸੀਂ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕੰਮ ਕਰਦੇ। ਸੋ ਓਪਨ ਵਰਕ ਪਰਮਿਟ ਕੀ ਇੱਕ ਆਮ ਕੰਸਲਟੈਂਟ ਅਪਲਾਈ ਨਹੀਂ ਕਰ ਸਕਦਾ? ਕਿ ਜ਼ਰੂਰੀ ਹੈ ਕਿ ICCRC ਮੈਂਬਰ ਕੋਲ ਅਪਲਾਈ ਕੀਤਾ ਜਾਵੇ? ਨਹੀਂ ਸਰ, ਇਸਦਾ ਦੀ ਕੋਈ ਗਵਰਨਮੈਂਟ ਵੱਲੋਂ ਰਿਸਟ੍ਰਿਕਸ਼ਨ ਕੋਈ ਨਹੀਂ ਹੈਗੀ। ਇੱਕ ਆਮ ਕੰਸਲਟੈਂਟ ਜਿਹੜਾ ਹੈਗਾ ਏਜੰਟ, ਉਹ ਵੀ ਓਪਨ ਵਰਕ ਪਰਮਿਟ ਦੀ ਐਪਲੀਕੇਸ਼ਨ ਲਗਾ ਸਕਦੇ ਨੇ, ਬਟ ਇੱਕ ਫਰਕ ਕੀ ਹੈਗਾ ਇੱਕ ICCRC ਮੈਂਬਰ ਨੂੰ ਹਾਇਰ ਕਰਨ ਦਾ। ਅਸੀਂ ਜਿਹੜੀ ਐਪਲੀਕੇਸ਼ਨ ਲਗਾਉਂਦੇ ਆ ਉਹ ਬੇਸਿਕਲੀ ਸਾਡੀ ਫਰਮ ਮੀ ਮਾਈਸੈਲਫ ਐਜ਼ ਅ ICCRC ਮੈਂਬਰ, ਅਸੀਂ ਉਹਨਾਂ ਨੂੰ ਰਿਪਰੈਜ਼ੈਂਟ ਕਰਦੇ ਆ ਇਨ ਫਰੰਟ ਆਫ ਇਮੀਗ੍ਰੇਸ਼ਨ ਡਿਪਾਰਟਮੈਂਟ ਆਫ ਕੈਨੇਡਾ। ਜਦਕਿ ਕੋਈ ਵੀ ਆਮ ਏਜੰਟ ਤੁਹਾਡੀ ਫਾਈਲ ਨੂੰ ਤੁਹਾਡੇ ਨਾਮ ਤੇ ਹੀ ਲਗਾਏਗਾ, ਨਾ ਕਿ ਉਹ ਆਪਣਾ ਲੈਟਰ ਹੈਡ ਯੂਜ਼ ਕਰਕੇ ਤੁਹਾਨੂੰ ਰਿਪਰੈਜ਼ੈਂਟੇਸ਼ਨ ਨਹੀਂ ਦੇ ਸਕਦੇ। ਸਿਰਫ ਇੱਕ ICCRC ਮੈਂਬਰ ਹੀ ਤੁਹਾਡੀ ਐਪਲੀਕੇਸ਼ਨ ਨੂੰ ਗਵਰਨਮੈਂਟ ਆਫ ਕੈਨੇਡਾ ਦੇ ਅੱਗੇ, ਇਮੀਗ੍ਰੇਸ਼ਨ ਡਿਪਾਰਟਮੈਂਟ ਆਫ ਕੈਨੇਡਾ ਦੇ ਅੱਗੇ ਲੀਗਲੀ ਰਿਪਰੈਜ਼ੈਂਟ ਕਰ ਸਕਦਾ ਹੈ। ਇਨ ਕੇਸ ਤੁਹਾਡੀ ਐਪਲੀਕੇਸ਼ਨ 'ਚ ਕੋਈ ਚੈਲੰਜ ਆਉਂਦਾ ਹੈ, ਕੋਈ ਰਿਕੁਆਇਰਮੈਂਟ ਰੇਜ਼ ਹੁੰਦੀ ਹੈ, ਉਹ ਸਾਨੂੰ ਪੁੱਛਦੇ ਨੇ ਕਿ ਇਸ ਐਪਲੀਕੇਸ਼ਨ 'ਚ ਜੋ ਰਿਕੁਆਇਰਮੈਂਟ ਰੇਜ਼ ਕੀਤੀ ਗਈ ਹੈ ਉਹਦਾ ਜਵਾਬ ਕੀ ਹੈ। ਸੋ ਅਸੀਂ ਲੀਗਲੀ ਆਥੋਰਾਈਜ਼ਡ ਹਾਂ ਤੁਹਾਡੇ ਕੇਸ ਨੂੰ ਹੈਂਡਲ ਕਰਨ ਵਾਸਤੇ, ਇੱਕ ਪ੍ਰੋਪਰਲੀ ਲਾਅ ਦੇ ਤਰੀਕੇ ਨਾਲ ਰਿਕੁਆਇਰਮੈਂਟਸ ਨੂੰ ਦੇਖਣ ਵਾਸਤੇ ਤੇ ਉਹਦਾ ਜਵਾਬ ਦੇਣ ਵਾਸਤੇ। ਸੋ ਜਿੱਥੇ ਜੇ ਇੱਕ ਚੀਜ਼ ਹੋਰ ਦੱਸੋ, ਇੱਥੇ ਪੰਜਾਬ ਦੇ ਵਿੱਚ ਜਿਵੇਂ ਤੁਸੀਂ ਕਹਿ ਰਹੇ ਹੋ ICCRC ਮੈਂਬਰ, ਅਸੀਂ ਸਾਫ਼ ਸੁਥਰੀ ਜਾਂ ਸੱਚੀ ਜਾਂ ਡਾਇਰੈਕਟ ਅਸੀਂ ਇਨਫੋਰਮੇਸ਼ਨ ਦਿੰਦੇ ਹਾਂ, ਕਿਉਂਕਿ ਤੁਹਾਡੇ ਕੋਲ ਇਨਫੋਰਮੇਸ਼ਨ ਫਸਟ ਹੈਂਡ ਆਉਂਦੀ ਹੈ ਗਵਰਨਮੈਂਟ ਕੋਲੋਂ, ਔਰ ਤੁਸੀਂ ਲੋਕਾਂ ਤੱਕ ਪਹੁੰਚਾਉਂਦੇ ਹੋ। ਸੋ ਇੱਥੇ ਪੰਜਾਬ ਦੇ ਵਿੱਚ ਕੀ ਹੈ ਕਿ ਜਿਹਨੂੰ ਕੋਈ ਕੰਮ ਨਹੀਂ ਲੱਭਦਾ ਉਹ ਇਮੀਗ੍ਰੇਸ਼ਨ ਕੰਸਲਟੈਂਟ ਬਣ ਰਿਹਾ। ਇਨਫੋਰਮੇਸ਼ਨ ਦੀ ਘਾਟ ਆ। ਇੱਕ ਇਨਫੋਰਮੇਸ਼ਨ ਮੋਗੇ ਤੋਂ ਉੱਠ ਕੇ ਜਲੰਧਰ ਪਹੁੰਚਦੀ ਹੈ, ਜਲੰਧਰ ਤੋਂ ਉੱਠ ਕੇ ਚੰਡੀਗੜ੍ਹ ਪਹੁੰਚਦੀ ਹੈ, ਚੰਡੀਗੜ੍ਹ ਤੋਂ ਦਿੱਲੀ ਪਹੁੰਚਦੀ ਹੈ, ਦਿੱਲੀ ਤੋਂ ਕੈਨੇਡਾ ਪਹੁੰਚਦੀ ਹੈ, ਤਾਂ ਦੁਬਾਰਾ ਘੁੰਮ ਫਿਰ ਕੇ ਮੋਗੇ ਵਾਪਸ ਆਉਂਦੀ ਹੈ। ਸੋ ਇੱਕ ਤਾਂ ਟਾਈਮ ਕੰਜ਼ਿਊਮਿੰਗ ਹੈ, ਦੂਜਾ ਇਨਫੋਰਮੇਸ਼ਨ ਘੱਟ ਹੋ ਪਹੁੰਚਦੀ ਹੈ।
ਕੋਈ ਪੰਜਾਬ ਦਾ ਕੰਸਲਟੈਂਟ ਜਿਹੜਾ ਓਪਨ ਵਰਕ ਪਰਮਿਟ ਨੂੰ ਪ੍ਰਮੋਟ ਕਰ ਰਿਹਾ ਉਹ ਇਹ ਕਹਿ ਰਿਹਾ ਜੀ ਮੇਨ ਐਪਲੀਕੈਂਟ ਜਦੋਂ ਕੈਨੇਡਾ ਪਹੁੰਚ ਗਿਆ ਉਹ ਤੋਂ 6 ਮਹੀਨੇ ਬਾਅਦ ਤੁਸੀਂ ਆਪਣੇ ਸਪਾਊਸ ਦੀ ਫਾਈਲ ਲਾ ਸਕਦੇ ਹੋ ਓਪਨ ਵਰਕ ਪਰਮਿਟ ਤੇ। ਕੋਈ ਕਹਿ ਰਿਹਾ ਜੀ 1 ਸਾਲ ਬਾਅਦ ਤੁਸੀਂ ਅਪਲਾਈ ਕਰ ਸਕਦੇ ਹੋ। ਕੋਈ ਕਹਿ ਰਿਹਾ ਜੀ 3 ਮਹੀਨੇ ਘੱਟੋ ਘੱਟ ਬੱਚਾ ਉੱਥੇ ਸਰਕਾਰੀ ਕਾਲਜ ਪੜ੍ਹੇ ਤਾਂ ਤੁਸੀਂ ਓਪਨ ਵਰਕ ਪਰਮਿਟ ਦੀ ਫਾਈਲ ਲਾ ਸਕਦੇ ਹੋ। ਸੋ ਇਹਨਾਂ ਵਿੱਚੋਂ ਸੱਚਾਈ ਕੀ ਹੈ? ਤੁਸੀਂ ਜਿਵੇਂ ਤੁਸੀਂ ਪ੍ਰੋਗਰਾਮ ਦੇ ਸ਼ੁਰੂਆਤ ਵਿੱਚ ਕਿਹਾ ਕਿ ਮੈਂ ਇੱਕ ਦਾਇਰੇ 'ਚ ਰਹਿ ਕੇ ਜਵਾਬ ਦੇ ਸਕਦਾ, ਕਾਨੂੰਨ ਤੋਂ ਉਲਟ ਨਹੀਂ ਜਾ ਸਕਦਾ। ਕਾਨੂੰਨ ਕੀ ਕਹਿੰਦਾ ਹੈ? ਸਰ ਦੇਖੋ, ਜੋ ਵੀ ਓਪਨ ਵਰਕ ਪਰਮਿਟ ਦੀ ਐਪਲੀਕੇਸ਼ਨਸ ਨੇ, ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ, ਇੰਟਰਨੈਸ਼ਨਲ ਮੋਬਿਲਿਟੀ ਪ੍ਰੋਗਰਾਮ ਦੇ ਅੰਦਰ ਸਾਰੀਆਂ ਗਾਈਡਲਾਈਨਸ ਮੌਜੂਦ ਨੇ ਇਸ ਪ੍ਰੋਗਰਾਮ ਨੂੰ ਲੈ ਕੇ। ਐਜ਼ ਪਰ ਲਾਅ ਇਹੋ ਜਿਹੀ ਕੋਈ ਰਿਸਟ੍ਰਿਕਸ਼ਨ ਨਹੀਂ ਹੈਗੀ ਹੈ ਕਿ ਤੁਸੀਂ 6 ਮਹੀਨੇ ਬਾਅਦ ਐਪਲੀਕੇਸ਼ਨ ਲਗਾਣੀ ਹੈ ਆਪਣੇ ਸਪਾਊਸ ਦੀ ਜਾਂ ਤੁਸੀਂ ਸਾਲ ਬਾਅਦ ਲਗਾਣੀ ਹੈ। ਇਟ ਡਿਪੈਂਡਸ ਇੰਟਾਇਰਲੀ ਅਪਨ ਐਪਲੀਕੈਂਟ ਸਰਕਮਸਟੈਂਸਸ। ਸਾਡੇ ਐਕਸਪੀਰੀਅੰਸ 'ਚ ਅਸੀਂ ਇਹੋ ਜਿਹੇ ਕੇਸਿਸ ਵੀ ਕੀਤੇ ਨੇ ਜਿਹਦੇ ਅੰਦਰ ਕਿ ਦੋਨੇ ਸਪਾਊਸਸ ਇਕੱਠੇ ਟਰੈਵਲ ਕੀਤੇ ਨੇ, ਬਟ ਉਹ ਬਹੁਤ ਲਿਮਿਟਿਡ ਕੰਡੀਸ਼ਨਸ ਦੇ ਅੰਦਰ ਲੱਗਦੀਆਂ ਐਪਲੀਕੇਸ਼ਨਸ। ਤੇ ਜੇ ਕਿਸੇ ਦਾ ਡਿਸਕਸ ਕਰਨਾ ਚਾਹੁੰਦੇ ਨੇ ਸਾਨੂੰ ਮਿਲ ਸਕਦੇ ਨੇ, ਅਸੀਂ ਗਾਈਡ ਕਰ ਸਕਦੇ ਹਾਂ। ਸੋ ਇਹ ਜਿਹੜਾ ਸਵਾਲ ਹੈਗਾ ਇਹ ਆਪਣੇ ਆਪ 'ਚ ਹੀ ਜਿਵੇਂ ਮੈਂ ਜਵਾਬ ਦਿੱਤਾ ਹੁਣੇ ਤੁਹਾਨੂੰ, ਇਦਾਂ ਦੀ ਕੋਈ ਰਿਸਟ੍ਰਿਕਸ਼ਨ ਨਹੀਂ ਹੈ। ਸਾਡੇ ਐਕਸਪੀਰੀਅੰਸ 'ਚ ਅਸੀਂ ਇਹੋ ਜਿਹੇ ਕੇਸਿਸ ਵੀ ਲਗਾਏ ਨੇ ਜਿਹੜੇ ਕਿ 15 ਦਿਨਾਂ ਬਾਅਦ ਸਪਾਊਸ ਜਦੋਂ ਕਾਲਜ ਰਜਿਸਟਰ ਕਰਤਾ ਹੈ, ਅਸੀਂ 15 ਦਿਨਾਂ ਬਾਅਦ ਇੰਡੀਆ ਤੋਂ ਸਪਾਊਸਸ ਦੀ ਐਪਲੀਕੇਸ਼ਨ ਲਗਾਤੀ ਹੈ, ਉਹਨਾਂ ਨੂੰ ਵੀਜ਼ਾ ਵੀ ਗ੍ਰਾਂਟ ਹੋਇਆ। ਯਾਨੀ ਇਹ ਕੋਈ ਹਾਰਡ ਐਂਡ ਫਾਸਟ ਰੂਲ ਨਹੀਂ ਹੈ ਕਿ ਜਦੋਂ ਬੱਚਾ 6 ਮਹੀਨੇ ਪੜ੍ਹ ਲੂਗਾ ਜਾਂ 4 ਮਹੀਨੇ ਪੜ੍ਹ ਲੂ ਉਸ ਤੋਂ ਬਾਅਦ ਤੁਸੀਂ ਐਪਲੀਕੇਸ਼ਨ ਲਾਉਣੀ ਹੈ? ਨਹੀਂ ਸਰ, ਨਹੀਂ, ਬਿਲਕੁਲ ਨਹੀਂ। ਇੱਕ ਸਵਾਲ ਹੋਰ ਇੱਥੇ ਦੱਸੋ, ਤੁਸੀਂ ਕਿਹਾ ਸੀ ਕਿ ਅਸੀਂ ਉਹਨਾਂ ਬੱਚਿਆਂ ਨੂੰ ਓਪਨ ਵਰਕ ਪਰਮਿਟ ਤੇ ਬਾਹਰ ਲੋਕਾਂ ਨੂੰ ਭੇਜਦੇ ਹਾਂ ਜਿਨ੍ਹਾਂ ਦੇ ਮੇਨ ਐਪਲੀਕੈਂਟਸ ਕਿਸੇ ਵੀ ਗਵਰਨਮੈਂਟ ਜਾਂ ਪ੍ਰਾਈਵੇਟ ਕਾਲਜਸ 'ਚ ਪੜ੍ਹਦੇ ਹੋਣ। ਪਰ ਇੱਥੇ ਪੰਜਾਬ ਦੇ ਵਿੱਚ ਧਾਰਨਾ ਕੀ ਹੈ ਕਿ ਜੇਕਰ ਤੁਹਾਡਾ ਮੇਨ ਐਪਲੀਕੈਂਟ ਕੈਨੇਡਾ ਦੇ ਵਿੱਚ ਪੜ੍ਹਦਾ ਪਿਆ, ਕਿਸੇ ਸਰਕਾਰੀ ਕਾਲਜ ਜਾਂ ਯੂਨੀਵਰਸਿਟੀ ਪੜ੍ਹਦਾ ਤਾਂ ਹੀ ਓਪਨ ਵਰਕ ਪਰਮਿਟ ਲੱਗੂਗਾ। ਅਗਰ ਉਹ ਕਿਸੇ ਪ੍ਰਾਈਵੇਟ ਕਾਲਜ ਦੇ ਵਿੱਚ ਪੜ੍ਹਦਾ ਤੇ ਓਪਨ ਵਰਕ ਪਰਮਿਟ ਨਹੀਂ ਲੱਗ ਸਕਦਾ। ਸੋ ਕੀ ਇਹ ਸੱਚ ਹੈ? ਸਰ ਪ੍ਰਾਈਵੇਟ ਕਾਲਜ ਜਿਹੜੇ ਕਿ ਐਜ਼ ਪਰ ਪ੍ਰੋਵਿੰਸ਼ੀਅਲ ਸਟੈਚਿਊਟ ਜਿਹੜੇ ਆਥੋਰਾਈਜ਼ਡ ਨੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਜਿਹੜੇ ਸਟੂਡੈਂਟਸ ਨੂੰ ਮਿਲਦਾ ਹੈ, ਸਿਰਫ ਚਾਹੇ ਉਹ ਪ੍ਰਾਈਵੇਟ ਕਾਲਜ ਨੇ, ਅਸੀਂ ਫੇਰ ਵੀ ਉਹਦੇ ਅੰਦਰ ਓਪਨ ਵਰਕ ਪਰਮਿਟ ਦੀ ਐਪਲੀਕੇਸ਼ਨ ਲਗਾ ਸਕਦੇ ਹਾਂ ਉਹਨਾਂ ਦੇ ਸਪਾਊਸਸ ਵਾਸਤੇ। ਨਾਲ ਦੀ ਨਾਲ ਜਿਹੜੇ ਵੀ ਗਵਰਨਮੈਂਟ ਇੰਸਟੀਟਿਊਸ਼ਨਸ ਨੇ, ਗਵਰਨਮੈਂਟ ਫੰਡਡ ਕਾਲਜਸ ਨੇ, ਉਹਨਾਂ ਦੇ ਵਿੱਚ ਤਾਂ 100% ਅਲਾਉਡ ਹੈ ਹੀ। ਬਟ ਸਿਰਫ ਮੇਜਰਲੀ ਇਹੀ ਡਿਫਰੈਂਸ ਹੈ ਕਿ ਜਿਹੜੇ ਵੀ ਪ੍ਰਾਈਵੇਟ ਇੰਸਟੀਟਿਊਸ਼ਨ ਜਿਹੜੇ ਕਿ ਪ੍ਰੋਵਿੰਸ਼ੀਅਲ ਸਟੈਚਿਊਟ ਦੇ ਅੰਦਰ ਆਥੋਰਾਈਜ਼ਡ ਨੇ, ਠੀਕ ਹੈ, ਇੱਕ ਡਿਗਰੀ ਗ੍ਰਾਂਟਿੰਗ ਪ੍ਰੋਗਰਾਮ ਚਲਾ ਰਹੇ ਨੇ, ਸਿਰਫ ਉਹਨਾਂ ਪ੍ਰੋਗਰਾਮਸ ਦੇ ਅੰਦਰ ਹੀ ਸਪਾਊਸਲ ਓਪਨ ਵਰਕ ਪਰਮਿਟ ਦੀ ਐਪਲੀਕੇਸ਼ਨ ਨੂੰ ਅਸੀਂ ਲਗਾ ਸਕਦੇ ਹਾਂ ਜੀ। ਸੋ ਦਰਸ਼ਕਾਂ ਨੂੰ ਫਿਰ ਤੋਂ ਦੱਸ ਦਈਏ, ਦਾ ਇਮੀਗ੍ਰੇਸ਼ਨ ਲਾਂਚ ਤੋਂ ICCRC ਮੈਂਬਰ ਮਿਸਟਰ ਜਤਿਨ ਸਾਨੀਆ ਸਾਡੇ ਨਾਲ ਹਾਜ਼ਰ ਨੇ। ਸੋ ICCRC ਮੈਂਬਰ ਅਸੀਂ ਤੁਹਾਨੂੰ ਬਾਰ-ਬਾਰ ਦੱਸ ਰਹੇ ਹਾਂ ਕੌਣ ਹੁੰਦੇ ਨੇ। ICCRC ਮੈਂਬਰ ਉਹ ਹੁੰਦੇ ਨੇ ਜਿਹੜੇ ਕੈਨੇਡਾ ਸਰਕਾਰ ਹਾਈ ਕਮਿਸ਼ਨ ਵੱਲੋਂ ਅਪਰੂਵਡ ਹੁੰਦੇ ਨੇ, ਆਥੋਰਾਈਜ਼ਡ ਹੁੰਦੇ ਨੇ, ਲਾਇਸੈਂਸਡ ਹੁੰਦੇ ਨੇ। ਸੋ ਇੱਕ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਤੁਹਾਨੂੰ ਇਨਫੋਰਮੇਸ਼ਨ ਦਿੰਦੇ ਨੇ ਔਰ ਉਹਨਾਂ ਦੀ ਹਰ ਇੱਕ ਕਾਉਂਸਲਿੰਗ, ਹਰ ਇੱਕ ਅਕਾਊਂਟਸ ਦੇ ਉੱਤੇ ਸਰਕਾਰ ਦੀ ਨਜ਼ਰ ਰਹਿੰਦੀ ਹੈ ਕਿ ਉਹ ਕਿਸ ਤਰ੍ਹਾਂ ਦੀ ਕਾਉਂਸਲਿੰਗ ਦੇ ਰਹੇ ਨੇ ਔਰ ਆਪਣਾ ਕੰਮ ਕਰ ਕਿਵੇਂ ਕਰ ਰਹੇ ਨੇ। ਉਹ ਚਾਹ ਕੇ ਵੀ ਤੁਹਾਡੇ ਨਾਲ ਠੱਗੀ ਨਹੀਂ ਕਰ ਸਕਦੇ। ਸੋ ਇੱਕ ICCRC ਮੈਂਬਰ ਕੋ ਕੰਸਲਟ ਕਰ ਸਕਦੇ ਹੋ ਜੇਕਰ ਤੁਸੀਂ ਕੈਨੇਡਾ ਦਾ ਕੋਈ ਵੀ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ, ਚਾਹੇ ਉਹ ਸਟੱਡੀ ਵੀਜ਼ਾ ਹੈ, ਚਾਹੇ ਉਹ ਟੂਰਿਸਟ ਵੀਜ਼ਾ, ਚਾਹੇ ਉਹ ਵਿਜ਼ਟਰ ਵੀਜ਼ਾ ਹੈ, ਚਾਹੇ ਉਹ ਬਿਜ਼ਨਸ ਵੀਜ਼ਾ ਹੈ, ਚਾਹੇ ਉਹ ਓਪਨ ਵਰਕ ਪਰਮਿਟ ਹੈ, ਚਾਹੇ ਉਹ ਡਿਪੈਂਡੈਂਟ ਵੀਜ਼ਾ ਹੈ, ਚਾਹੇ ਉਹ PR ਆ, ਚਾਹੇ ਉਹ ਐਕਸਪ੍ਰੈਸ ਐਂਟਰੀ ਦੇ ਵਿੱਚ PR ਹੋਵੇ, ਚਾਹੇ ਉਹ PNP ਦੇ ਵਿੱਚ PR ਹੋਵੇ। ਤੁਸੀਂ ਕਿਸੇ ਵੀ ਤਰ੍ਹਾਂ ਦੀ ਕੈਨੇਡਾ ਦੀਆਂ ਸਰਵਿਸਿਜ਼ ਲੈਣਾ ਚਾਹੁੰਦੇ ਹੋ, ਪਹਿਲਾਂ ਬੈਨ ਹੋ ਚੁੱਕੇ ਹੋ, ਰਿਫਿਊਜ਼ ਹੋ ਚੁੱਕੇ ਹੋ, ਇੱਕ ICCRC ਮੈਂਬਰ, ਚੰਗੇ ICCRC ਮੈਂਬਰ ਦੀ ਭਾਲ ਕਰ ਰਹੇ ਸੀ ਤਾਂ ਤੁਸੀਂ ਕਾਲ ਕਰ ਸਕਦੇ ਹੋ 98725 13988 ਨੰਬਰ ਤੇ 98725 13988 ਇਸ ਨੰਬਰ ਤੇ ਕਾਲ ਕਰ ਸਕਦੇ ਹੋ। ਸੋ ਜਤਿਨ ਜੀ ਇੱਕ ਚੀਜ਼ ਹੋਰ ਦੱਸੋ, ਕੋਵਿਡ ਕਰਕੇ ਰਿਜ਼ਲਟਸ ਬਹੁਤ ਜ਼ਿਆਦਾ ਲੇਟ ਹੋ ਗਏ, ਚਾਹੇ ਉਹ ਸਟੂਡੈਂਟ ਵੀਜ਼ਾ ਦੇ ਸੀ, ਚਾਹੇ ਉਹ ਓਪਨ ਵਰਕ ਪਰਮਿਟ ਦੇ ਸੀ, ਚਾਹੇ ਉਹ PR ਦੇ ਸੀ, ਰਿਜ਼ਲਟਸ ਲੇਟ ਹੋਏ। ਇਹ ਧਾਰਨਾ ਇੱਥੇ ਪੰਜਾਬ ਦੇ ਵਿੱਚ ਹੈ ਕਿ ਜਦੋਂ ਤੁਸੀਂ ਓਪਨ ਵਰਕ ਪਰਮਿਟ ਅਪਲਾਈ ਕਰਨਾ ਜਾਂ ਕੋਈ ਵੀ ਵੀਜ਼ਾ ਅਪਲਾਈ ਕਰਨਾ ਹੈ ਆਪਣੇ ਸਪਾਊਸ ਦੇ ਬੇਸ ਤੇ ਘੱਟੋ ਘੱਟ ਮੇਨ ਐਪਲੀਕੈਂਟ ਜਿਹੜਾ ਕੈਨੇਡਾ 'ਚ ਬੈਠਾ ਉਹਦੀ ਵੀਜ਼ਾ ਦੀ ਡਿਊਰੇਸ਼ਨ 6 ਮਹੀਨੇ ਦੀ ਹੋਣੀ ਚਾਹੀਦੀ ਹੈ। ਪਰ ਕੋਵਿਡ ਕਰਕੇ ਰਿਜ਼ਲਟ 6-6 8-8 ਮਹੀਨੇ ਲੇਟ ਹੋ ਗਏ। ਹੁਣ ਕਈ ਮੇਨ ਐਪਲੀਕੈਂਟ ਇਹੋ ਜਿਹੇ ਜਿਨ੍ਹਾਂ ਨੇ ਆਪਣਾ ਸਪਾਊਸ ਜਾਂ ਡਿਪੈਂਡੈਂਟ ਕੇਸ ਅਪਲਾਈ ਕੀਤੇ ਸੀ, ਜਿਹੜੇ ਉੱਥੇ ਵਰਕ ਪਰਮਿਟ ਤੇ ਉਹਨਾਂ ਨੇ ਆਪਣੇ ਸਪਾਊਸ ਨੂੰ ਬੁਲਾਉਣਾ ਸੀ, ਉਹਨਾਂ ਦੀ ਵੀਜ਼ਾ ਡਿਊਰੇਸ਼ਨ ਹੀ 2-2 3-3 ਮਹੀਨੇ ਦੀ ਰਹਿ ਗਈ ਹੈ। ਸੋ ਐਸੇ ਕੇਸਿਸ ਦੇ ਵਿੱਚ ਕੀ ਕੀਤਾ ਜਾ ਸਕਦਾ ਹੈ? ਸਰ ਤੁਸੀਂ ਬਹੁਤ ਵੈਲਿਡ ਕੁਐਸਚਨ ਚੱਕਿਆ ਹੈ। ਡੈਫੀਨਿਟਲੀ ਅੱਜ ਕੱਲ੍ਹ ਇੱਦਾਂ ਦੇ ਰੀਜ਼ਨਸ ਬਹੁਤ ਆ ਰਹੇ ਨੇ ਸਾਹਮਣੇ ਕਿ ਜਿੱਥੇ ਕਿ ਸਪਾਊਸ ਦਾ ਵੀਜ਼ਾ ਸਿਰਫ 3 ਮਹੀਨੇ ਦਾ ਰਹਿ ਗਿਆ ਹੈ ਤੇ ਇਟ ਇਜ਼ ਅਗੇਨ ਰਿਜ਼ਲਟਿੰਗ ਇਨਟੂ ਰਿਫਿਊਜ਼ਲ ਆਫ ਦਾ ਪ੍ਰਿੰਸੀਪਲ ਐਪਲੀਕੈਂਟ ਐਪਲੀਕੇਸ਼ਨ ਫਰਮ ਇੰਡੀਆ। ਜਦੋਂ ਅਸੀਂ ਸਪਾਊਸ ਓਪਨ ਵਰਕ ਪਰਮਿਟ ਐਪਲੀਕੇਸ਼ਨ ਅਪਲਾਈ ਕੀਤੀ ਇੰਡੀਆ ਤੋਂ, ਉਦੋਂ ਜਿਹੜਾ ਕੈਨੇਡਾ ਦਾ ਸਪਾਊਸ ਹੈ ਸਟੱਡੀ ਵੀਜ਼ੇ ਤੇ ਸੀਗਾ, ਬਟ ਹੁਣ ਉਹਦਾ ਵੀਜ਼ਾ 3 ਮਹੀਨੇ ਤੋਂ ਘੱਟ ਰਹਿ ਗਿਆ ਹੈ। ਇਹਦਾ ਮਤਲਬ ਇਹ ਹੋਇਆ ਹੈ ਕਿ ਜਿਹੜਾ ਐਪਲੀਕੈਂਟ ਹੈ ਉਹਦੀ ਐਪਲੀਕੇਸ਼ਨ ਰਿਫਿਊਜ਼ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਨੇ। ਤਾਂ ਇਸ ਮੌਕੇ ਤੇ ਜੇ ਤੁਹਾਡਾ ਕੰਸਲਟੈਂਟ ਇੱਕ ਰਿਪਰੈਜ਼ੈਂਟੇਟਿਵ ਹੈ, ICCRC ਮੈਂਬਰ ਹੈ, ਤੇ ਉਹਨਾਂ ਕੋਲ ਅਥਾਰਟੀ ਹੈ ਕਿ ਉਹ ਇਮੀਗ੍ਰੇਸ਼ਨ ਨਾਲ ਰਾਬਤਾ ਐਸਟੈਬਲਿਸ਼ ਕਰਨ, ਕਮਿਊਨੀਕੇਸ਼ਨ ਐਸਟੈਬਲਿਸ਼ ਕਰਨ ਤੇ ਉਹਨਾਂ ਨੂੰ ਸਿਚੁਏਸ਼ਨ ਨਾਲ ਵਾਕਿਫ ਕਰਾਉਣ ਕਿ ਇਹ ਸਿਨੈਰੀਓ ਚੱਲ ਰਿਹਾ ਹੈ। ਤੇ ਜੇ ਕੈਨੇਡਾ ਵਾਲੇ ਸਪਾਊਸ ਨੇ ਆਲਰੇਡੀ ਆਪਣਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਅਪਲਾਈ ਕਰਤਾ ਹੋਇਆ ਹੈ ਐਂਡ ਉਹ ਨੌਕ B ਜੌਬ 'ਚ ਨੇ,
ਤੇ ਇਸ ਸਿਨੈਰੀਓ ਦੇ ਵਿੱਚ ਅਸੀਂ ਉਹਨਾਂ ਦੀ ਕੈਟਾਗਰੀ ਆਫ ਐਪਲੀਕੇਸ਼ਨ ਚੇਂਜ ਕਰਾ ਸਕਦੇ ਹਾਂ। ਇਹ ਸਿਰਫ ਇੱਕ ICCRC ਮੈਂਬਰ ਹੀ ਕਰ ਸਕਦਾ ਹੈ ਤੇ ਇਹਦੇ ਵਾਸਤੇ ਪ੍ਰੋਪਰ ਇਮੀਗ੍ਰੇਸ਼ਨ ਨੂੰ ਰਿਪਰੈਜ਼ੈਂਟੇਸ਼ਨ ਲਿਖਣੀ ਪੈਂਦੀ ਹੈ। ਤੇ ਅਸੀਂ ਰੀਸੈਂਟਲੀ ਇਹੋ ਜਿਹੇ ਕਾਫੀ ਕੇਸਿਸ ਨੂੰ ਹੈਲਪ ਕੀਤੀ ਹੈ ਜੀ, ਜਿਹੜੇ ਕਿ ਸੇਮ ਸਿਨੈਰੀਓ ਦੇ ਵਿੱਚ ਨੇ ਤੇ ਸਾਨੂੰ ਅਪਰੂਵਲ ਮਿਲ ਗਈ ਹੈ ਤੇ ਅਸੀਂ ਉਹਨਾਂ ਦੀ ਫਰਦਰ ਜਿਹੜੀ ਐਪਲੀਕੇਸ਼ਨ ਦੇ ਵਿੱਚ ਚੇਂਜਸ ਨੇ ਉਹ ਅਸੀਂ ਕਰਾਤੇ ਹੋਏ ਤੇ ਨਾਓ ਵੀ ਆਰ ਹੋਪਫੁਲ ਕਿ ਉਹਨਾਂ ਨੂੰ ਪੋਜ਼ਿਟਿਵ ਰਿਜ਼ਲਟਸ ਮਿਲ ਜਾਣਗੇ ਜੀ। ਔਰ ਪਿੱਛੇ ਜੇ ਵੀ ਦੇਖਣ ਚਾਹਿਆ ਕਿ ਰਿਫਿਊਜ਼ਲਸ ਵੀ ਬਹੁਤ ਆਈਆਂ ਔਰ ਰਿਫਿਊਜ਼ਲ ਦਾ ਕਾਰਨ ਵੀ ਕੁਝ ਫਾਈਨੈਂਸ਼ੀਅਲ ਕੰਡੀਸ਼ਨਸ ਦੱਸੀਆਂ ਗਈਆਂ ਕਿ ਜਿਹੜਾ ਜਿਹਨੂੰ ਆਪਾਂ ਡਿਪੈਂਡੈਂਟ ਵੀਜ਼ਾ ਤੇ ਬੁਲਾਉਣਾ ਹੈ ਜਾਂ ਜਿਹੜੇ ਕਹਿ ਸਕਦੇ ਜਿਹਨੇ ਓਪਨ ਵਰਕ ਪਰਮਿਟ ਤੇ ਜਾਣਾ ਹੈ ਉਹਦੀਆਂ ਫਾਈਨੈਂਸ਼ੀਅਲ ਕੰਡੀਸ਼ਨਸ ਠੀਕ ਨਹੀਂ ਸੀ, ਜਿਸ ਕਰਕੇ ਇਹ ਰਿਜੈਕਸ਼ਨ ਲਗਾ ਦਿੱਤਾ ਗਿਆ। ਹਾਲ ਹੀ ਵਿੱਚ ਪਿਛਲੇ 6-7 ਮਹੀਨੇ ਤੋਂ ਦੇਖਣ ਚਾਹੀਏ ਰਿਫਿਊਜ਼ਲਸ। ਸੋ ਕੀ ਮੰਨਦੇ ਹੋ ਰਿਫਿਊਜ਼ਲਸ ਕਿਉਂ ਹੋਣਗੇ? ਇੱਕੋਦਮ ਪਹਿਲਾਂ ਓਪਨ ਵਰਕ ਪਰਮਿਟ ਅਪਰੂਵ ਹੋ ਰਹੇ ਸੀ, ਹੁਣ ਰਿਫਿਊਜ਼ ਹੋਣੇ ਸ਼ੁਰੂ ਹੋ ਗਏ। ਪਹਿਲਾ ਸਵਾਲ ਤਾਂ ਇਹ। ਦੂਸਰਾ ਸਵਾਲ ਨਾਲ ਇੱਕ ਹੋਰ ਪੁੱਛੂੰਗਾ ਕਿ ਜੇ ਕੋਈ ਰਿਫਿਊਜ਼ ਹੋ ਗਿਆ, ਕੋਈ ਇੱਕ ਵਾਰ, ਕੋਈ 2 ਵਾਰ, 3 ਵਾਰ, ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਆ ਜਿਹੜੇ ਓਪਨ ਵਰਕ ਪਰਮਿਟ ਤੇ ਰਿਫਿਊਜ਼ ਹੁੰਦੇ ਕਿਉਂਕਿ ਅਲੱੜ ਹੱਥਾਂ ਦੇ ਵਿੱਚ ਕੇਸ ਚਲੇ ਜਾਂਦੇ ਨੇ, ਇਨਫੋਰਮੇਸ਼ਨ ਦੀ ਘਾਟ ਕਾਰਨ ਕੇਸ ਰਿਫਿਊਜ਼ ਹੋ ਜਾਂਦੇ ਨੇ। 1 ਵਾਰ ਰਿਫਿਊਜ਼ ਹੋਇਆ, 2 ਵਾਰ ਰਿਫਿਊਜ਼ ਹੋਇਆ, 3 ਵਾਰ ਰਿਫਿਊਜ਼ ਹੋਇਆ, ਕੀ ਉਹ ਹੁਣ ਓਪਨ ਵਰਕ ਪਰਮਿਟ ਤੇ ਦੁਬਾਰਾ ਮੁੜ ਅਪਲਾਈ ਕਰ ਸਕਦੇ ਨੇ? ਮਨੀਸ਼ ਜੀ, ਇਸ ਤਰ੍ਹਾਂ ਹੈਗਾ ਜੀ, ਓਪਨ ਵਰਕ ਪਰਮਿਟ ਦੀ ਐਪਲੀਕੇਸ਼ਨ ਜੇ ਅਦਰਵਾਈਜ਼ ਅਪੀਲ ਰਾਈਟ ਨਹੀਂ ਹੁੰਦਾ ਐਜ਼ ਪਰ ਇਮੀਗ੍ਰੇਸ਼ਨ ਲਾਅ, ਅਸੀਂ ਇਹਦੇ ਅੰਦਰ ਅਪੀਲ ਨਹੀਂ ਕਰ ਸਕਦੇ, ਸਾਨੂੰ ਰੀ ਐਪਲੀਕੇਸ਼ਨ ਹੀ ਕਰਨੀ ਪੈਂਦੀ ਹੈ। ਜੇ ਜਦੋਂ ਤੱਕ ਸਾਡਾ ਸਿਨੈਰੀਓ ਕਾਇਦੇ ਨਾਲ, ਜਦੋਂ ਤੱਕ ਆਪਣੀ ਐਪਲੀਕੇਸ਼ਨ 'ਚ ਅਸੀਂ ਕੋਈ ਨਵਾਂ ਸਿਨੈਰੀਓ ਪ੍ਰੈਜ਼ੈਂਟ ਨਹੀਂ ਕਰ ਰਹੇ ਤੇ ਉਸ ਐਪਲੀਕੇਸ਼ਨ ਦਾ ਕੋਈ ਮਤਲਬ ਨਹੀਂ ਰਹਿੰਦਾ ਨਵੀਂ ਐਪਲੀਕੇਸ਼ਨ ਲਗਾਉਣ ਦਾ। ਜਿਹੜੇ ਰਿਫਿਊਜ਼ਲਸ ਵੀ ਅੱਜ ਕੱਲ੍ਹ ਆ ਰਹੇ ਨੇ, ਪ੍ਰਾਇਮਰਲੀ ਦੀਜ਼ ਆਰ ਬੇਸਡ ਔਨ ਫਾਈਨੈਂਸ਼ੀਅਲ ਰੀਜ਼ਨਸ ਕਿ ਅਸੀਂ ਦੇਖਦੇ ਹਾਂ ਕਿ ਐਪਲੀਕੇਸ਼ਨ ਲਗਾਉਣ ਤੋਂ ਪਹਿਲਾਂ ਬੈਂਕ ਦੀ ਸਟੇਟਮੈਂਟ ਦੇ ਅੰਦਰ ਬਹੁਤ ਸਾਰੀਆਂ ਬਲਕ ਐਂਟਰੀਜ਼ ਆ ਰਹੀਆਂ ਨੇ ਜਿਨ੍ਹਾਂ ਦਾ ਕੋਈ ਐਕਸਪਲੇਨੇਸ਼ਨ ਨਹੀਂ ਹੈ, ਕੈਸ਼ ਦੀ ਐਂਟਰੀਆਂ ਆ ਰਹੀਆਂ ਨੇ ਜਿਨ੍ਹਾਂ ਦਾ ਕੋਈ ਜਸਟੀਫਿਕੇਸ਼ਨ ਨਹੀਂ ਦਿੱਤੀ ਗਈ ਹੈ। ਸੋ ਇਸ ਤਰ੍ਹਾਂ ਦੇ ਰੀਜ਼ਨ ਬਹੁਤ ਮੇਜਰ ਨੇ। ਉਸ ਤੋਂ ਇਲਾਵਾ ਪਰਸਨਲ ਐਸਟੈਬਲਿਸ਼ਮੈਂਟ ਆਫ ਦਾ ਐਪਲੀਕੈਂਟ ਹੋਮ ਕੰਟਰੀ 'ਚ ਉਹ ਕੀ ਕੰਮ ਕਰ ਰਿਹਾ ਹੈ, ਕਿਸ ਲੈਵਲ ਤੇ ਜੌਬ ਕਰ ਰਿਹਾ ਹੈ ਜਾਂ ਆਪਣਾ ਬਿਜ਼ਨਸ ਕਰ ਰਿਹਾ ਹੈ, ਤੇ ਇਹ ਸਭ ਕੁਝ ਜਸਟੀਫਾਈ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਉਸ ਤੋਂ ਇਲਾਵਾ ਦ ਮੇਜਰ ਰੀਜ਼ਨ ਜਿਹੜੇ ਹੈਗੇ ਆ ਰਿਫਿਊਜ਼ਲ ਦੇ, ਮੈਰਿਟਲ ਬੋਨਾਫਾਈਡ, ਯਾਨੀ ਕਿ ਤੁਹਾਡੀ ਮੈਰਿਜ ਕਿੰਨੀ ਕਿ ਜੈਨੂਇਨ ਹੈ, ਉਹਦੇ ਐਵੀਡੈਂਸਿਸ ਇੱਕ ਸਹੀ ਤਰੀਕੇ ਨਾਲ, ਇੱਕ ਬਿਲਕੁਲ ਆਰਗੇਨਾਈਜ਼ ਤਰੀਕੇ ਨਾਲ ਦੇਣੇ ਬਹੁਤ ਜ਼ਰੂਰੀ ਹੈ। ਅਦਰਵਾਈਜ਼ ਵੀਜ਼ਾ ਆਫਿਸਰ ਨੂੰ ਸੈਟੀਸਫਾਈ ਨਹੀਂ ਕਰ ਪਾਉਂਦੇ ਕਈ ਵਾਰੀ ਐਪਲੀਕੈਂਟ, ਤੇ ਨਤੀਜਾ ਹੋ ਜਾਂਦਾ ਹੈ ਕਿ ਐਪਲੀਕੇਸ਼ਨ ਰਿਫਿਊਜ਼ ਹੋ ਜਾਂਦੀ ਹੈ ਜੀ। ਰਿਫਿਊਜ਼ ਤੋਂ ਬਾਅਦ ਐਪਲੀਕੇਸ਼ਨ ਕਿਤੇ ਕਿਤੇ ਬੈਨ ਹੁੰਦੀ ਵੀ ਵੇਖੀ ਗਈ, ਕੋਈ 3 ਵਾਰ, ਕੋਈ 4 ਵਾਰ ਰਿਫਿਊਜ਼ ਹੋ ਗਿਆ ਐਂਡ ਤੇ ਉਹਨੂੰ ਬੈਨ ਕਰ ਦਿੱਤਾ ਜਾਂਦਾ ਹੈ। ਕੀ ਇਹ ਬੈਨ ਐਪਲੀਕੇਸ਼ਨਸ ਦਾ ਵੀ ਕੁਝ ਕੀਤਾ ਜਾ ਸਕਦਾ ਹੈ? ਡੈਫੀਨਿਟਲੀ ਅਸੀਂ ਬੈਨ ਐਪਲੀਕੇਸ਼ਨਸ ਜਿਹੜੀਆਂ ਹੈਗੀਆਂ ਉਹਨਾਂ ਉਸ ਤਰ੍ਹਾਂ ਦੇ ਕੇਸਿਸ ਨੂੰ, ਉਹਨਾਂ ਦੇ ਰੀਜ਼ਨਸ ਨੂੰ ਆਇਡੈਂਟੀਫਾਈ ਕਰਕੇ ਅਸੀਂ ਡੈਫੀਨਿਟਲੀ ਜੇ ਸਟਰੋਂਗ ਪੁਆਇੰਟਸ ਬਣ ਸਕਦੇ ਨੇ, ਅਸੀਂ ਈਵਨ ਜਿਹੜੇ ਕਿ ਐਪਲੀਕੈਂਟਸ ਬੈਨ ਵੀ ਹੋਏ ਨੇ ਅਸੀਂ ਉਹਨਾਂ ਦੀ ਮਦਦ ਕਰ ਸਕਦੇ ਹਾਂ ਬਿਕੋਜ਼ ਉਹਨਾਂ ਦੇ ਸਪਾਊਸ ਕੈਨੇਡਾ 'ਚ ਨੇ। ਸੋ ਗਵਰਨਮੈਂਟ ਦੀ ਇੱਕ ਰੈਗੂਲੇਸ਼ਨ, ਇੱਕ ਪ੍ਰੋਪਰ ਐਕਟ ਹੈ, ਉਹਦੇ ਅੰਦਰ ਬੈਂਡ ਐਪਲੀਕੇਸ਼ਨਸ ਵੀ ਉਹਨਾਂ ਨੂੰ ਵੀਜ਼ਾ ਮਿਲ ਸਕਦਾ ਹੈ ਜੀ। ਉਹ ਕੇਸਿਸ ਜਿਹੜੇ ਹੈਗੇ ਅਸੀਂ ਓਪਨਲੀ ਗੱਲ ਨਹੀਂ ਕਰ ਸਕਾਂਗੇ ਬਿਕੋਜ਼ ਹਰ ਕਿਸੇ ਦਾ ਸਿਨੈਰੀਓ ਡਿਫਰੈਂਟ ਹੈ। ਤੇ ਮੈਂ ਰਿਕੁਐਸਟ ਕਰਾਂਗਾ ਜਿਹੜੇ ਵੀ ਬੈਂਡ ਐਪਲੀਕੈਂਟਸ ਨੇ ਸਾਨੂੰ ਇੰਡੀਵਿਜੂਅਲੀ ਸਾਡੇ ਆਫਿਸ 'ਚ ਆ ਕੇ ਕੰਸਲਟ ਕਰ ਸਕਦੇ ਨੇ। ਸਾਡੀ ਕੰਸਲਟੇਸ਼ਨ ਦੀ ਕੋਈ ਫੀਸ ਨਹੀਂ ਹੈ ਤੇ ਜੇ ਜਸਟੀਫਾਈ ਹੋਏਗਾ ਤੇ ਵੀ ਵਿਲ ਡੈਫੀਨਿਟਲੀ ਹੈਲਪ them ਆਊਟ ਜੀ। ਸੋ ਤੁਸੀਂ ਕਿਸੇ ਵੀ ਵੀਜ਼ਾ ਤੋਂ ਰਿਫਿਊਜ਼ ਹੋ, ਚਾਹੇ ਓਪਨ ਵਰਕ ਪਰਮਿਟ ਤੋਂ ਰਿਫਿਊਜ਼ ਹੋ, ਚਾਹੇ ਵਿਜ਼ਟਰ ਵੀਜ਼ਾ ਤੋਂ ਰਿਫਿਊਜ਼ ਹੋ, ਚਾਹੇ ਤੁਸੀਂ ਐਕਸਪ੍ਰੈਸ ਐਂਟਰੀ 'ਚ ਫਾਈਲ ਪਾਈ ਸੀ ਤੁਹਾਡੀ ਫਾਈਲ ਨਹੀਂ ਪਿਕ ਹੋ ਪਾਈ, ਚਾਹੇ ਤੁਸੀਂ ਸਟੂਡੈਂਟ ਵੀਜ਼ਾ ਤੋਂ ਰਿਫਿਊਜ਼ ਹੋ ਗਏ ਹੋ, ਇੱਕ ICCRC ਮੈਂਬਰ ਨੂੰ ਮਿਲਣਾ ਚਾਹੁੰਦੇ ਹੋ, ਕਾਨੂੰਨੀ ਨੁਕਤੇ ਜਾਣਨਾ ਚਾਹੁੰਦੇ ਹੋ, ਕਾਨੂੰਨੀ ਤਰੀਕੇ ਨਾਲ ਤੁਸੀਂ ਕਿਵੇਂ ਬਾਹਰ ਜਾ ਸਕਦੇ ਹੋ, ਜੇ ਕੰਸਲਟੈਂਟ ਨੇ ਫਾਈਲ ਬੈਨ ਕਰਵਾ ਦਿੱਤੀ ਹੈ ਤਾਂ ਤੁਸੀਂ ਉਹਨੂੰ ਦੁਬਾਰਾ ਕਿਵੇਂ ਤੁਸੀਂ ਮੁੜ ਅਪਲਾਈ ਕਰਕੇ ਵੀਜ਼ਾ ਹਾਸਲ ਕਰ ਸਕਦੇ ਹੋ, ਤੇ ਇੱਕ ICCRC ਮੈਂਬਰ ਨੂੰ ਮਿਲ ਸਕਦੇ ਹੋ। ਦ ਇਮੀਗ੍ਰੇਸ਼ਨ ਲੌਂਜ ਦੇ ਵਿੱਚ ਕਾਲ ਕਰ ਸਕਦੇ ਹੋ 9872513988 98725 13988 ਨੰਬਰ ਤੇ ਕਾਲ ਕਰ ਸਕਦੇ ਹੋ। ਮਿਸਟਰ ਜਤਿਨ ਸਾਹਨੀ ਇੱਕ ICCRC ਮੈਂਬਰ ਨੇ ਜੋ ਸਾਡੇ ਨਾਲ ਚਰਚਾ ਕਰ ਰਹੇ ਨੇ। ICCRC ਮੈਂਬਰ ਕੌਣ ਹੁੰਦੇ ਨੇ? ਜੋ ਕੈਨੇਡਾ ਸਰਕਾਰ ਹਾਈ ਕਮਿਸ਼ਨ ਤੋਂ ਅਪਰੂਵਡ ਹੁੰਦੇ ਨੇ, ਇੱਕ ਜਿਹੜਾ ਹੈ ਉਹ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਤੁਹਾਨੂੰ ਇਨਫੋਰਮੇਸ਼ਨ ਦਿੰਦੇ ਨੇ ਔਰ ਕਾਨੂੰਨ ਦੇ ਦਾਇਰੇ ਤੇ ਰਹਿ ਕੇ ਹੀ ਕੰਮ ਕਰਦੇ ਨੇ। ਸੋ ਜਤਿਨ ਜੀ, ਇੱਕ ਆਖਰੀ ਸਵਾਲ ਪੁੱਛੂੰਗਾ, ਉਸ ਤੋਂ ਬਾਅਦ ਪ੍ਰੋਗਰਾਮ ਸਮਾਪਤ ਕਰੂੰਗਾ। ਅਸੀਂ ਕਹਿ ਰਹੇ ਹਾਂ ਓਪਨ ਵਰਕ ਪਰਮਿਟ ਤੇ ਮੇਨ ਐਪਲੀਕੈਂਟ ਬਾਹਰ ਬੈਠਾ ਹੈ, ਉਹ ਆਪਣੇ ਸਪਾਊਸ ਨੂੰ ਬੁਲਾ ਸਕਦਾ ਹੈ। ਜੇਕਰ ਉਹਨਾਂ ਦੇ ਨਾਲ ਇੱਕ ਬੱਚਾ ਹੈ, ਕੀ ਉਹ ਬੱਚਾ ਵੀ ਨਾਲ ਜਾ ਸਕਦਾ? ਮਨੀਸ਼ ਜੀ, ਬਹੁਤ ਸਾਰੇ ਸਿਨੈਰੀਓ ਇਹ ਜਿਹੇ ਹੁੰਦੇ ਨੇ ਕਿ ਜਿਹੜੇ ਮੈਰਿਡ ਐਪਲੀਕੈਂਟਸ ਨੇ ਉਹਨਾਂ ਦੀ ਫੈਮਿਲੀ 'ਚ ਕੋਈ ਬੱਚਾ ਹੈ ਤੇ ਡੈਫੀਨਿਟਲੀ ਇਸ ਪ੍ਰੋਵੀਜ਼ਨ ਦੇ ਅੰਦਰ ਅਸੀਂ ਬੱਚੇ ਦੀ ਵੀ ਐਪਲੀਕੇਸ਼ਨ ਲਗਾ ਸਕਦੇ ਹਾਂ। ਸਿਰਫ ਧਿਆਨ ਦੇਣ ਵਾਲੀ ਗੱਲ ਇਹ ਹੁੰਦੀ ਹੈ ਕਿ ਜੇ ਬੱਚੇ ਦੀ ਏਜ 5 ਸਾਲ ਤੋਂ ਘੱਟ ਹੈ ਤੇ ਉਹਨੂੰ ਵਿਜ਼ਟਰ ਵੀਜ਼ਾ ਮਿਲਦਾ ਹੈ, ਜਿਹੜਾ ਕਿ ਕੈਨੇਡਾ 'ਚ ਲੈਂਡ ਕਰਨ ਤੋਂ ਬਾਅਦ ਉਹਨੂੰ ਉਹਦੇ ਮਦਰ ਦੇ ਜਾਂ ਫਾਦਰ ਦੀ ਜਿਹੜਾ ਸਟੱਡੀ ਪਰਮਿਟ ਹੈ ਉਹਦੇ ਬਰਾਬਰ ਦਾ ਹੀ ਵਿਜ਼ਟਰ ਰੈਕੋਰਡ ਇਸ਼ੂ ਹੋ ਜਾਂਦਾ ਹੈ। ਇਨ ਸੈਕੰਡ ਸਿਨੈਰੀਓ, ਜੇ ਬੱਚੇ ਦੀ ਏਜ 5 ਇਅਰਸ ਔਰ ਮੋਰ ਹੈ
ਤੇ ਉਸ ਕੇਸਿਸ 'ਚ ਅਸੀਂ ਸਟੱਡੀ ਪਰਮਿਟ ਐਪਲੀਕੇਸ਼ਨ ਇੰਡੀਆ ਤੋਂ ਹੀ ਲਗਾਉਂਦੇ ਹਾਂ, ਅਸੀਂ ਉਹਨੂੰ ਤਰਜੀਹ ਦਿੰਦੇ ਹਾਂ ਤਾਂ ਕਿ ਉਹਨਾਂ ਨੂੰ ਜਾ ਕੇ ਕੈਨੇਡਾ ਦੇ ਅੰਦਰ ਕਿਸੇ ਤਰੀਕੇ ਦਾ ਡਿਫਿਕਲਟੀ ਜਾਂ ਮਸਲਾ ਨਾ ਫੇਸ ਕਰਨਾ ਪਏ। ਤੇ ਉਹਦੇ ਅੰਦਰ ਸਪੈਸ਼ਲ ਗਵਰਨਮੈਂਟ ਨੇ ਰੈਗੂਲੇਸ਼ਨਸ ਕੱਢੀਆਂ ਹੋਈਆਂ, ਕਿਸੇ ਤਰੀਕੇ ਦੀ ਐਕਸੈਪਟੈਂਸ ਲੈਟਰ ਸਕੂਲ ਤੋਂ ਕਾਲਜ ਤੋਂ ਨਹੀਂ ਲੈਣੀ ਪੈਂਦੀ, ਉਹ ਐਗਜ਼ੈਂਪਟਡ ਹੁੰਦੀ ਹੈ, ਬਟ ਸਪੈਸ਼ਲ ਮੈਂਸ਼ਨ ਕਰਨਾ ਪੈਂਦਾ ਹੈ ਐਪਲੀਕੇਸ਼ਨ ਲਗਾਉਣ ਦੇ ਟਾਈਮ ਹੀ ਕਿ ਅਸੀਂ ਕਿਹੜੇ ਲਾਜ਼ ਦੇ ਅੰਦਰ ਇਹ ਐਪਲੀਕੇਸ਼ਨ ਸਬਮਿਟ ਕਰ ਰਹੇ ਹਾਂ, ਤੇ ਨਾਰਮਲੀ ਅਪਰੂਵਲ ਮਿਲ ਜਾਂਦੀ ਹੈ। ਸਾਡੇ ਐਕਸਪੀਰੀਅੰਸ ਦੇ ਮੁਤਾਬਕ ਇਹੋ ਜਿਹਾ ਕੋਈ ਕੇਸ ਰਿਫਿਊਜ਼ ਨਹੀਂ ਹੋਇਆ ਬੱਚੇ ਦਾ। ਵਿਜ਼ਟਰ ਵੀਜ਼ਾ ਵੀ ਮਿਲਦਾ ਹੈ ਤੇ ਸਟੱਡੀ ਪਰਮਿਟ ਵੀ ਮਿਲਦਾ ਹੈ ਡਿਪੈਂਡਿੰਗ ਅਪਨ ਏਜ। ਜੀ, ਸੋ ਆਖਰੀ ਵਾਰ ਜਾਂਦੀ ਵਾਰ ਕੋਈ ਮੈਸੇਜ, ਕੋਈ ਸੁਨੇਹਾ ਦੇਣਾ ਚਾਹੋ ਜਾਂ ਇੱਕ ਚੀਜ਼ ਹੋਰ ਐਡ ਆਨ ਕਰਨਾ ਚਾਹਾਂਗੇ, ਦਾ ਇਮੀਗ੍ਰੇਸ਼ਨ ਲਾਜ਼, ਯਾਨੀ ਤੁਸੀਂ ਇੱਕ ICCRC ਮੈਂਬਰ ਹੋ, ਅੱਜ ਅਸੀਂ ਗੱਲ ਕੀਤੀ ਓਪਨ ਵਰਕ ਪਰਮਿਟ ਬਾਰੇ, ਇਸ ਤੋਂ ਇਲਾਵਾ ਹੋਰ ਤੁਸੀਂ ਕਿਹੜੀ ਸਰਵਿਸਿਜ਼ ਜਿਹੜੀਆਂ ਲੋਕਾਂ ਨੂੰ ਦੇ ਸਕਦੇ ਹੋ? ਮਨੀਸ਼ ਜੀ, ਅਸੀਂ ਇਮੀਗ੍ਰੇਸ਼ਨ ਲਾਉਂਜ 'ਚ ਕੈਨੇਡਾ ਦੀ ਇਮੀਗ੍ਰੇਸ਼ਨ ਦੇ ਰਿਲੇਟਡ ਕੋਈ ਵੀ ਟੈਂਪਰੇਰੀ ਕਲਾਸ ਐਪਲੀਕੇਸ਼ਨ, ਵਿਜ਼ਟਰ ਵੀਜ਼ਾ, ਸਟੱਡੀ ਵੀਜ਼ਾ, ਓਪਨ ਵਰਕ ਪਰਮਿਟ ਤਾਂ ਹੈ ਹੀ, ਉਸ ਤੋਂ ਇਲਾਵਾ ਪਰਮਾਨੈਂਟ ਰੈਜ਼ੀਡੈਂਸ ਐਪਲੀਕੇਸ਼ਨ ਜਿਹੜੀਆਂ ਕਿ ਐਕਸਪ੍ਰੈਸ ਸੈਂਟਰ ਦੇ ਥਰੂ ਲੱਗਦੀਆਂ ਨੇ, ਜਾਂ ਪ੍ਰੋਵਿੰਸ਼ੀਅਲ ਨੋਮੀਨੇਸ਼ਨ, ਸਪਾਊਸਲ ਸਪਾਂਸਰਸ਼ਿਪ ਐਪਲੀਕੇਸ਼ਨਸ, ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਸੁਪਰ ਵੀਜ਼ਾ ਐਪਲੀਕੇਸ਼ਨਸ, ਉਸ ਤੋਂ ਇਲਾਵਾ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਪਰਮਾਨੈਂਟ ਰੈਜ਼ੀਡੈਂਸ ਐਪਲੀਕੇਸ਼ਨਸ ਵੀ। ਤੇ ਇਹਨਾਂ ਸਭ ਐਪਲੀਕੇਸ਼ਨ ਦੇ ਵਿੱਚ ਸਾਨੂੰ ਖਾਸ ਮਹਾਰਤ ਹਾਸਿਲ ਹੈ ਤੇ ਅਸੀਂ ਕਾਫੀ ਕੇਸਿਸ ਕੀਤੇ ਹੋਏ ਨੇ। ਤੇ ਕੋਈ ਵੀ ਐਪਲੀਕੈਂਟ ਆਪਣਾ ਕੇਸ, ਆਪਣਾ ਸਿਨੈਰੀਓ ਡਿਸਕਸ ਕਰਨਾ ਚਾਹੁੰਦਾ ਹੈ ਤੇ ਅੱਜ ਕੱਲ੍ਹ ਮੈਂ ਇੰਡੀਆ ਹੀ ਅਵੇਲੇਬਲ ਹਾਂ, ਜਲੰਧਰ ਆਫਿਸ 'ਚ, ਤੇ ਤੁਸੀਂ ਸਾਨੂੰ ਮਿਲ ਸਕਦੇ ਹੋ ਪਰਸਨਲੀ ਆ ਕੇ, ਤੇ ਜਿਹੜਾ ਨੰਬਰ ਦਿੱਤਾ ਗਿਆ ਹੈ ਉੱਤੇ ਕਾਲ ਕਰਕੇ ਟਾਈਮ ਲੈ ਕੇ ਡੈਫੀਨਿਟਲੀ ਆ ਕੇ ਆਪਣਾ ਕੇਸ ਡਿਸਕਸ ਕਰ ਸਕਦੇ ਹੋ। ਜੀ, ਸੋ ਕੈਟੇਗਰੀਜ਼ ਮੈਂ ਵੀ ਤੁਹਾਨੂੰ ਦੱਸ ਦੇਣਾ, ਤੁਸੀਂ ਸਟੂਡੈਂਟ ਵੀਜ਼ਾ ਤੇ ਅਪਲਾਈ ਕਰਨਾ ਹੈ, ਤੁਸੀਂ ਟੂਰਿਸਟ ਵੀਜ਼ਾ ਕਰਨਾ ਹੈ, ਵਿਜ਼ਟਰ ਵੀਜ਼ਾ ਕਰਨਾ ਹੈ, ਤੁਸੀਂ ਪਰਮਨੈਂਟ ਰੈਜ਼ੀਡੈਂਸੀ ਯਾਨੀ PR ਅਪਲਾਈ ਕਰਨੀ ਹੈ, ਐਕਸਪ੍ਰੈਸ ਸੈਂਟਰ 'ਚ ਫਾਈਲ ਪਾਉਣੀ ਹੈ, PNP 'ਚ ਫਾਈਲ ਪਾਉਣੀ ਹੈ, ਜਾਂ ਤੁਸੀਂ ਕਿਸੇ ਤਰ੍ਹਾਂ ਦਾ ਕੋਈ ਉੱਥੇ ਇਨਵੈਸਟਮੈਂਟ ਕੈਟੇਗਰੀ ਦੇ ਵਿੱਚ ਅਪਲਾਈ ਕਰਨਾ ਚਾਹੁੰਦੇ ਹੋ, ਜਾਂ ਓਪਨ ਵਰਕ ਪਰਮਿਟ ਦੇ ਵਿੱਚ ਅਪਲਾਈ ਕਰਨਾ ਚਾਹੁੰਦੇ ਹੋ, ਕੈਨੇਡਾ ਜਾਣ ਸੰਬੰਧੀ ਕੋਈ ਵੀ ਜਾਣਕਾਰੀ ਚਾਹੁੰਦੇ ਹੋ, ਇੱਕ ICCRC ਮੈਂਬਰ ਕੋਲੋਂ ਉਹਨਾਂ ਨੂੰ ਮਿਲ ਸਕਦੇ ਹੋ ਜਲੰਧਰ ਆਫਿਸ ਦੇ ਵਿੱਚ। ਦ ਇਮੀਗ੍ਰੇਸ਼ਨ ਲਾਂਜ ਨੰਬਰ ਨੋਟ ਕਰ ਲਵੋ, 98725 13988 98725 13988। ਮਿਸਟਰ ਜਤਿਨ ਸਾਨੀ ਨੂੰ ਮਿਲਣਾ ਹੈ, ਆਉਣ ਤੋਂ ਪਹਿਲਾਂ ਅਪਾਇੰਟਮੈਂਟ ਜ਼ਰੂਰ ਫਿਕਸ ਕਰ ਲਓ। ਰਿਫਿਊਜ਼ ਹੋ ਤੇ ਆਪਣੇ ਰਿਫਿਊਜ਼ਲ ਵਾਲੇ ਡਾਕੂਮੈਂਟਸ ਜ਼ਰੂਰ ਨਾਲ ਲੈ ਕੇ ਆਓ। ਇੱਕ ਵਾਰ, ਦੋ ਵਾਰ, ਤਿੰਨ ਵਾਰ ਰਿਫਿਊਜ਼ ਹੋ, ਰਿਫਿਊਜ਼ਲ ਦੇ ਕਾਰਨ ਕੀ ਹੈ, ਤੁਹਾਡੇ ਪੇਪਰ ਕਿਹੜੇ ਲੱਗੇ ਹੈ, ਉਹਦੇ ਬਾਰੇ ਕੋਈ ਇਨਫੋਰਮੇਸ਼ਨ ਚਾਹੁੰਦੇ ਹੋ ਤਾਂ ਤੁਸੀਂ ਕੇਪ ਨੋਟਸ ਵੀ ਅਪਲਾਈ ਕਰ ਸਕਦੇ ਹੋ, ਤਾਂ ਕਿ ਅਗਲੀ ਫਾਈਲ ਜਿਹੜੀ ਹੈ ਉਹ ਇੱਕ ਵਕੀਲ ਯਾਨੀ ICCRC ਮੈਂਬਰ ਨੂੰ ਪਹਿਲਾਂ ਪਤਾ ਹੋਵੇ ਕਿ ਤੁਹਾਡੀ ਪਿਛਲੀ ਫਾਈਲ 'ਚ ਕੀ ਲੱਗਾ ਹੈ, ਹੁਣ ਅੱਗੇ ਅਸੀਂ ਕੀ ਅਪਲਾਈ ਕਰਨਾ ਹੈ। ਵੀਜ਼ਾ ਚਾਂਸਸ ਹੋਰ ਵੱਧ ਜਾਂਦੇ ਨੇ। ICCRC ਮੈਂਬਰ ਨੂੰ ਮਿਲਣ ਲਈ ਸੰਪਰਕ ਕਰੋ 98725 13988। ਆਓ ਹੁਣ ਕੁਝ ਇੱਕ ਲੱਗੇ ਵੀਜ਼ੇ ਵਿਖਾ ਦਈਏ ਜਿਹੜੇ ਦਾ ਇਮੀਗ੍ਰੇਸ਼ਨ ਲਾਂਚ ਵੱਲੋਂ ICCRC ਮੈਂਬਰ ਵੱਲੋਂ ਪੁੱਟ ਅਪ ਕੀਤੇ ਗਏ, ਔਰ ਉਹ ਵੀਜ਼ੇ ਜਿਹਨੂੰ ਬਾਕੀ ਸਾਰੇ ਮਨਾ ਕਰ ਚੁੱਕੇ ਸੀ ਉਹ ਵੀਜ਼ੇ ਅਪਰੂਵ ਹੋ ਗਏ। ਸੋ ਮਿਸਟਰ ਜਤਿਨ ਸਾਨੀ, ਤੁਸੀਂ ਆਪਣਾ ਸਮਾਂ ਕੱਢਿਆ, ਸਾਡੇ ਸਟੂਡੀਓ ਵਿੱਚ ਆਏ ਉਹਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ। ਬਹੁਤ ਬਹੁਤ ਧੰਨਵਾਦ ਮਨੀਸ਼ ਜੀ। Hi, I would like to thank the Immigration Lounge, especially Jatin and Gayatri, for helping us file my daughter's study permit and my husband's work permit to come to Canada, especially after we had a rejection earlier. So we were a little unsure of what the process would be, but Jatin and Gayatri were both extremely professional. They're both extremely knowledgeable about the process, and they helped file our papers very efficiently, very quickly, and we got our visas in exactly 20 days time. So I just wanted to thank both of them and the Immigration Lounge